देश दुनिया च वसदे पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन, और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखना। थैंक यू। शुक्रिया जी। पंजाब के मुख मंत्री घंटिया तो मतलब हुण तां 72 घंटे होने वाले 31 ਦੇ ਲੁਧਿਆਣੇ 'ਚ ਨੇ, ਔਰ ਅੱਜ ਸ਼ਾਮ ਨੂੰ ਚੰਡੀਗੜ੍ਹ ਨੂੰ ਚਾਲੇ ਪਾਉਣਗੇ। ਜਾਣ ਤੋਂ ਪਹਿਲਾਂ ਉਹਨਾਂ MLAs ਦਾ ਉਲਾਮਾ ਲਾਤਾ ਜਦੋਂ ਉਹਨਾਂ ਨਾਲ ਸਟੇਜ ਸਾਂਝੀ ਕੀਤੀ। 2 ਦਿਨ ਤੋਂ ਵੱਖ-ਵੱਖ ਪ੍ਰੋਗਰਾਮਸ ਦੌਰਾਨ, ਵੱਖ-ਵੱਖ ਮੀਟਿੰਗਾਂ ਦੌਰਾਨ ਉਹਨਾਂ ਨੇ MLAs ਨੂੰ ਨੇੜੇ ਤੱਕ ਨਹੀਂ ਸੀ ਫੜਕਣ ਦਿੱਤਾ, ਲੇਕਿਨ ਜਾਂਦੇ ਜਾਂਦੇ ਰਸਵਾਈ ਦੂਰ ਕਰ ਗਏ ਨੇ। ਪਰ ਉਧਰ 2 ਦਿਨ ਪਹਿਲਾਂ ਹੀ ਉਹਨਾਂ ਨੇ ਇੱਕ ਹਮਲਾ ਬੋਲਿਆ ਸੀ ਮਨਪ੍ਰੀਤ ਬਾਦਲ ਤੇ। ਸੁਨਾਮ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਕਦੇ ਸਹੁੰ ਖਾ ਕੇ ਕਾਂਗਰਸ ਦੇ ਵਿੱਚ ਤੇ ਫਿਰ ਭਾਜਪਾ ਦੇ ਵਿੱਚ ਮੈਂ ਤਾਂ ਉੱਥੇ ਹੀ ਖੜਾ। ਉਹਨਾਂ ਇਹ ਵੀ ਗੱਲ ਉੱਥੇ ਨੋਟ ਕਰਵਾਈ ਸੀਗੀ ਕਿ ਭਾਜਪਾਈ ਗਵਰਨਰ ਨੂੰ ਮਿਲਣ ਗਏ ਸੀ ਵਫਦ ਲੈ ਕੇ, ਬਾਹਰ ਆਉਂਦੇ ਭਾਜਪਾ ਤਾਂ ਲੱਗਦੇ ਨਹੀਂ ਸੀ। 25-25 50 ਵਾਲੀ ਗੱਲ ਉਹਨਾਂ ਸੁਣਾਈ ਸੀਗੀ। ਅੱਜ ਮਰਿੰਡੇ ਦੇ ਵਿੱਚ ਨਗਰ ਕੌਂਸਲ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਨੇ ਅਡਾਪਟ ਕਰ ਲਈ ਤੇ ਹੈਡਿੰਗ ਸਰਲੇਖ ਆ ਰਹੇ ਸੀ ਚਰਨਜੀਤ ਸਿੰਘ ਚੰਨੀ ਸਾਬਕਾ CM ਨੂੰ ਵੱਡਾ ਝਟਕਾ। ਹੁਣ ਮੈਂ ਸੋਚ ਰਿਹਾ ਸੀਗਾ ਵੀ ਇਹ ਮਾਈਗ੍ਰੇਸ਼ਨ, ਇਹ ਅਡਾਪਸ਼ਨ ਕਿਸ ਲਹਿਜੇ ਨਾਲ ਕੀਤੀ ਜਾਂਦੀ ਆ, ਪੈਮਾਨੇ ਕਿਹੜੇ ਨੇ, ਪਰਖ ਕਿਹੜੀ ਆ, ਇਹ ਸਮਝਣ ਦਾ ਯਤਨ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਮਿਹਣੇ ਮਾਰਦੇ ਨੇ, ਦੂਜੇ ਪਾਸੇ ਉਸੇ ਹੀ ਵਹਿਣ 'ਚ ਵਹਿ ਤੁਰਦੇ ਨੇ ਜਿਹਦੇ ਉਹ ਖਿਲਾਫ ਬੋਲਦੇ ਨੇ। ਇੱਕ ਹੋਰ ਮਾਮਲਾ, ਅੱਜ ਮਾਮਲਾ ਜਿਹੜਾ ਵਿਚਾਰਿਆ ਗਿਆ ਸਿੱਖ ਸਾਈਕੀ ਨਾਲ ਜੁੜਿਆ, ਸਿੱਖ ਮਾਨਸਿਕਤਾ ਨਾਲ ਜੁੜਿਆ, ਸਿੱਖ ਮਸਲੇ ਨੇ। ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ। ਮਾਮਲਾ ਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ। ਮੋਰਚਾ ਭਾਵੇਂ ਬਹੁਤ ਛੋਟਾ ਹੈ, ਸੰਕੇਤਕ ਹੈ, ਵਿਅਕਤੀਆਂ ਦੀ ਅਣਹੋਂਦ ਹੈ, ਮਾਸਸ ਨੂੰ ਨਾਲ ਲੈ ਕੇ ਨਹੀਂ ਤੁਰ ਸਕਿਆ ਜਾਂ ਉਹਨੂੰ ਸਮਰਥਨ ਨਹੀਂ ਮਿਲ ਸਕਿਆ, ਪਰ ਹਾਈ ਕੋਰਟ ਉੱਥੇ ਸਖਤ ਰਹੀ। ਕੀ ਫੈਸਲਾ ਹੁੰਦਾ ਹੈ ਅਗਲੀ ਤਰੀਕ ਤੋਂ ਪਹਿਲਾਂ, ਕਿਹੜੇ ਕਿਹੜੇ ਸੁਰੱਖਿਆ ਦੇ ਨਜ਼ਰੀਏ ਤੋਂ ਕਦਮ ਲਏ ਜਾਣ ਦੀ ਗੱਲ ਹੋਈ ਆ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ। ਪਰ ਇਸ ਦੇਸ਼ ਲਈ, ਸਾਡੇ ਸਾਰਿਆਂ ਲਈ ਜਿਹੜੀ ਘਾਤਕ ਅਪਰੋਚ ਹੈ, ਜਿਹੜੀ ਘਾਤਕ ਚੀਜ਼ ਹੈ, ਉਹ ਹੈਗੀ ਆ ਫਿਰਕੂ ਦੰਗੇ, ਫਿਰਕੂ ਫਸਾਦ, ਫਿਰਕੂ ਸੋਚ। ਹਰਿਆਣੇ ਤੋਂ ਤੁਰਦੀ ਗੱਲ ਜਦੋਂ ਗੜਗਾਉਂ ਲੰਘ ਕੇ ਦਿੱਲੀ ਵੱਲ ਨੂੰ ਚੱਲਦੀ ਆ ਤਾਂ ਸੁਪਰੀਮ ਕੋਰਟ ਥੋੜਾ ਸਖਤ ਹੁੰਦਾ ਹੈ। ਸੁਪਰੀਮ ਕੋਰਟ ਦੀ ਸੁਣਵਾਈ ਕਰ ਰਿਹਾ ਸੀ। 4 ਲਈ 3 ਸਟੇਟਾਂ ਨੂੰ ਨੋਟਿਸ ਹੋਏ ਨੇ। ਇਸ ਹਿੰਸਾ ਦੇ ਵਿੱਚ ਕਿੰਨੇ ਲੋਕ ਮਾਰੇ ਗਏ, ਕਿੰਨੇ ਫੱਟੜ ਹੋਏ, ਜੇ ਇਹਨੂੰ ਪਾਸੇ ਰੱਖ ਲਈਏ ਤਾਂ ਇਹਦੇ ਕਾਰਨਾਂ ਤੋਂ ਲੈ ਕੇ ਇਹਦੀ ਅੱਗ ਫੈਲਣ ਦੇ ਡਰ ਦੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਅਹਤਿਆਤਨ ਕਦਮ ਲਏ ਜਾ ਰਹੇ ਆ, ਉਹ ਗੱਲ ਕਰਨੀ ਬੜੀ ਅਹਿਮ ਆ। ਆਖਰ ਮਨੀਪੁਰ ਤੋਂ ਲੈ ਕੇ ਹਰਿਆਣਾ, ਹਰਿਆਣੇ ਤੋਂ ਦਿੱਲੀ ਤੇ UP, ਆਖਰ ਫਿਕਰ ਕਿਉਂ? ਕੋਈ ਇਲੈਕਸ਼ਨ ਆ ਰਹੀ ਹੈ ਕੀ? ਸੋ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਵੱਲ। ਮੈਨੂੰ ਦੱਸਿਓ ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਮੁੱਖ ਮੰਤਰੀ ਸਾਹਿਬ ਮਿਹਣਿਓ ਮਿਹਣੀ ਹੁੰਦੇ ਰਹੇ ਦੂਜਿਆਂ ਨਾਲ ਕਿ ਤੁਸੀਂ ਤਾਂ ਖਲੋਂਦੇ ਹੀ ਕਿਤੇ ਨਹੀਂ, ਮੈਂ ਅੱਜ ਵੀ ਖਟਕੜ ਕਲਾਂ ਖਲੋਤਾ ਹੈ, ਪਰ ਉਹਨਾਂ ਦੀ ਪਾਰਟੀ ਜਿਹਨਾਂ ਲੀਹਾਂ ਤੇ ਚੱਲ ਰਹੀ ਆ, ਜੇ ਆਪਾਂ ਜਲੰਧਰ ਨੂੰ ਦੇਖੀਏ ਤੇ ਅੱਜ ਇੱਕ ਵਾਰੀ ਫਿਰ ਇਸ ਟ੍ਰੈਂਡ ਨੇ ਸਿਖਰ ਛੋਹਿਆ, ਜਿਹਦੇ ਵਿੱਚ ਉਹਨਾਂ ਨੇ ਮਰਿੰਡੇ ਦੀ ਪੂਰੀ ਨਗਰ ਕੌਂਸਲ ਨੂੰ ਆਪਣੇ ਵੱਲ ਲੈ ਲਿਆ। ਇਹਨੂੰ ਪ੍ਰਾਪਤੀ ਮੰਨੀਏ, ਇਹਨੂੰ ਕਿਸ ਤਰ੍ਹਾਂ ਲਈਏ? ਇਹ ਦੋਹਰੇ ਮਾਪਦੰਡ ਲੱਗਦੇ ਆ, ਦੋਹਰੇ ਮਿਆਰ ਲੱਗਦੇ ਆ। ਜੇ ਆਪਾਂ ਇੱਕ ਨਾਰਮਲ ਪੋਲੀਟੀਕਲ ਪਾਰਟੀ ਲਈਏ, ਕੋਈ ਵੀ ਹੋਵੇ, ਉਹਦੇ ਵਿੱਚ ਇਹ ਬੜੀ ਸਧਾਰਨ ਜੀ ਗੱਲ ਲੱਗਦੀ ਹੈ ਕਿ ਇੱਕ ਪਾਰਟੀ ਚੋਂ ਬੰਦੇ ਟੁੱਟ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਣ। ਅਕਾਲੀ ਦਲ ਕਾਂਗਰਸ 'ਚ ਬੜੇ ਚਿਰ ਤੋਂ ਹੋ ਰਿਹਾ ਸੀਗਾ, ਹੋਰ ਪਾਰਟੀਆਂ 'ਚ ਵੀ ਹੋ ਰਿਹਾ। ਹਰਿਆਣੇ ਤਾਂ ਸਿਰਾ ਹੁੰਦਾ ਸੀ ਕਿਸੇ ਵੇਲੇ, ਜਿਹਦੇ ਕਰਕੇ ਡਿਫੈਕਸ਼ਨ ਲਾ ਬਣਿਆ ਸੀ। ਆਇਆ ਰਾਮ 11 ਪੂਰੀ ਦੀ ਪੂਰੀ ਪਾਰਟੀ ਸਵੇਰੇ ਕਿਸੇ ਹੋਰ ਪਾਸੇ ਹੁੰਦੇ ਸੀ, ਸ਼ਾਮ ਨੂੰ ਕਿਸੇ ਹੋਰ ਪਾਸੇ ਹੁੰਦੇ ਸੀ ਜੀ। ਇਹ ਆਮ ਲੋਕ ਭੁੱਲ ਜਾਂਦੇ ਸੀ ਵੀ ਇਹ ਫਲਾਨਾ MLA ਸਵੇਰੇ ਕਿਹੜੀ ਪਾਰਟੀ ਸੀ, ਦੁਪਹਿਰੇ ਕਿਹੜੀ ਪਾਰਟੀ ਸੀ, ਸ਼ਾਮ ਨੂੰ ਕਿਹੜੀ ਪਾਰਟੀ। ਹਰਿਆਣੇ ਨੇ ਰਿਕਾਰਡ ਸੈੱਟ ਕਰਤਾ ਸੀ, ਉਸ ਤੋਂ ਬਾਅਦ ਡਿਫੈਕਸ਼ਨ ਲਾ ਆਇਆ ਸੀ। ਹੁਣ ਉਹ ਲਾ ਸਿਰਫ ਨਾਂ ਦਾ ਹੀ ਰਹਿ ਗਿਆ। ਚਲੋ ਉਹ ਤਾਂ MLA ਤੇ MP ਵਾਸਤੇ ਹੈ। ਜੋ ਕੁਛ ਅੱਜ ਹੋਇਆ, ਇਹਨਾਂ ਨੇ ਮਰਿੰਡਾ ਮਿਊਨਿਸਪਲ ਕਮੇਟੀ ਪੂਰੀ ਦੀ ਪੂਰੀ ਡਿਫੈਕਟ ਕਰਾ ਲਈ। ਸਧਾਰਨ ਪਾਰਟੀ ਜਿਹੜੀ ਕਿ ਕੋਈ ਵੀ ਹੋਵੇ ਨਾਰਮਲ, ਤੇ ਉਹਦੇ ਵਾਸਤੇ ਜਾਇਜ਼ ਹੈ। ਲੇਕਿਨ ਇਹ ਆਮ ਆਦਮੀ ਪਾਰਟੀ ਇੱਕ ਡਿਫਰੈਂਟ ਤਰ੍ਹਾਂ ਦੀ ਪਾਰਟੀ ਉੱਠੀ ਸੀ, ਜਿਹੜੀਆਂ ਵੈਲਿਊ ਬੇਸਡ ਸਿਆਸਤ ਦੀ ਜਿਹਨੇ ਗੱਲ ਕੀਤੀ ਸੀਗੀ। ਤੇ ਇਹਨਾਂ ਦੇ ਆਦਰਸ਼ ਸ਼ਹੀਦ ਭਗਤ ਸਿੰਘ ਤੇ ਡਾਕਟਰ BR ਅੰਬੇਦਕਰ ਹੈ। ਪੰਜਾਬ ਵਿੱਚ ਤਾਂ ਆਦਰਸ਼ ਗੁਰੂ ਹੋਣੇ ਚਾਹੀਦੇ ਹੈ। ਪੰਜਾਬ ਤਾਂ ਵਸਦਾ ਹੀ ਗੁਰੂਆਂ ਦੇ ਨਾਂ ਤੇ ਹੈ, ਚਲੋ ਗੱਲ ਵੱਖਰੀ ਹੈਗੀ ਹੈ। ਸੋ ਇਹਨਾਂ ਨੇ ਨਵੇਂ ਲੀਹਾਂ ਤੇ ਇੱਕ ਪਾਰਟੀ ਉਸਾਰਨ ਦੀ ਕੋਸ਼ਿਸ਼ ਕੀਤੀ।
ਨੈਸ਼ਨਲ ਲੈਵਲ ਤੇ ਠੀਕ ਹੈ, ਭਗਤ ਸਿੰਘ ਦੇ ਨਾਂ ਤੇ ਤੁਸੀਂ ਸਿਆਸਤ ਕਰੋ, ਅੰਬੇਦਕਰ ਦੇ ਨਾਂ ਤੇ ਕਰੋ, ਤੇ ਪਰ ਜਦੋਂ ਨਾਲ ਤੁਸੀਂ ਕਹਿੰਦੇ ਅਸੀਂ ਉਹਨਾਂ ਦੇ ਨਾਂ ਤੇ ਸਿਆਸਤ ਕਰਨੀ ਹੈ, ਫਿਰ ਜਿਹੜੇ ਉਹਨਾਂ ਦੇ ਆਦਰਸ਼ ਸੈੱਟ ਕੀਤੇ ਹੋਏ ਹੈ, ਫਿਰ ਉਹਨਾਂ ਦੇ ਖਰੇ ਉਤਰੋ। ਜਦੋਂ ਤੁਸੀਂ ਇੱਕ ਨਾਰਮਲ ਪਾਰਟੀ ਦੀ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਫਿਰ ਤੁਹਾਡੀ ਇਹ ਜਿਹੜੀ ਸਿਆਸਤ ਉਹਨਾਂ ਦੇ ਨਾਂ ਲੈਣ ਦੀ ਹੈ, ਇਹ ਟੋਟਲ ਇੱਕ ਹਿਪੋਕ੍ਰੇਸੀ ਤੋਂ ਵੱਧ ਕੁਛ ਨਹੀਂ ਲੱਗਦੀ। ਹੁਣ ਇਹਨਾਂ ਨੇ ਖੁਦ ਹੀ 2 ਦਿਨ ਪਹਿਲਾਂ ਕਿਹਾ ਸੀਗਾ ਕਿ ਜਦੋਂ ਕਾਂਗਰਸੀ ਆਪਣਾ ਬੀਜੇਪੀ ਦਾ ਇੱਕ ਡੈਲੀਗੇਸ਼ਨ ਨਿਕਲਿਆ ਰਾਜ ਭਵਨ ਚੋਂ ਗਵਰਨਰ ਨੂੰ ਮੈਮੋਰੰਡਮ ਦੇ ਕੇ ਫਲੱਡ ਦੇ ਬਾਰੇ, ਉਹ ਕਹਿੰਦੇ ਇਹ ਨਹੀਂ ਸਮਝ ਆਈ ਕਿ ਬੀਜੇਪੀ ਦਾ ਸੀ ਕਿ ਕਾਂਗਰਸ ਦਾ ਸੀ। ਉਹ ਸਹੀ ਸਾਰੇ ਹੀ ਫਾਰਮਰ ਕਾਂਗਰਸ ਵਾਲੇ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਜੇ ਉਹਨਾਂ ਤੇ ਗੱਲ ਢੁਕਦੀ ਹੈ। ਹੁਣ ਜਦੋਂ ਬਠਿੰਡੇ ਦੇ ਵਿੱਚ ਮਿਊਨਿਸਪਲ ਕਮੇਟੀ ਵਾਲੇ ਸਾਹਮਣੇ ਆਉਣਗੇ, ਉਹ ਹੁਣ ਆਪ ਵਾਲੇ ਹੋਣਗੇ ਕਾਂਗਰਸ ਵਾਲੇ ਹੋਣਗੇ, ਇਹਨਾਂ ਦੀ ਗੱਲ ਉੱਥੇ ਵੀ ਤਾਂ ਢੁਕਦੀ ਹੈ ਨਾ। ਸੋ ਜਿੱਥੇ ਤੁਸੀਂ ਗੱਲ ਕਰਦੇ ਆ ਵੈਲਿਊ ਬੇਸਡ, ਮੈਂ ਪਾਰਟੀ ਦੀ ਗੱਲ ਕਰਦਾ, ਜੇ ਵੈਲਿਊ ਬੇਸਡ ਸਿਆਸਤ ਦੀ ਗੱਲ ਕਰਨੀ ਹੈ, ਫਿਰ ਤੁਸੀਂ ਖੁਦ ਤੁਹਾਨੂੰ ਸਭ ਤੋਂ ਪਹਿਲਾਂ ਉਹ ਤੇ ਖਰੇ ਉਤਰਨਾ ਪਏਗਾ। ਸਰਦਾਰ ਹਮੀਰ ਸਿੰਘ ਜੀ, ਕੱਲ ਗਵਰਨਰ ਸਾਹਿਬ ਨੇ ਪੱਤਰ ਲਿਖਿਆ ਸੀ ਕਿ ਤੁਸੀਂ ਪਿੱਛੇ ਫੋਟੋ ਲਾਈ ਹੁੰਦੀ ਹੈ ਸੰਵਿਧਾਨ ਨਿਰਮਾਤਾ ਦੀ, ਤੇ ਕੰਮ ਤੁਸੀਂ ਸਾਰੇ ਸੰਵਿਧਾਨ ਦੇ ਉਲਟ ਕਰਦੇ ਹੋ। ਕੱਲ ਉਹਨਾਂ ਨੇ ਯਾਦ ਕਰਾਇਆ ਸੀ। ਅੱਜ ਮਾਮਲਾ ਤੇ ਭਾਵੇਂ ਕਿਹਾ ਜਾਊਗਾ ਕਿ ਨਿੱਕਾ ਜਿਹਾ ਮਾਮਲਾ ਮਰਿੰਡੇ ਦਾ, ਕਿਹੜੀ ਵੱਡੀ ਗੱਲ ਸੀ, ਤੁਸੀਂ ਲੈ ਕੇ ਬਹਿ ਗਏ। ਪਰ ਸਵਾਲ ਇਸ ਗੱਲ ਦਾ ਹੈ ਕਿ ਤੁਸੀਂ ਕਹਿ ਕੀ ਰਹੇ ਹੋ, ਕਰ ਕੀ ਰਹੇ ਹੋ। ਜੇ ਮਰਿੰਡਾ ਨਾਮ ਹੀ ਤੁਸੀਂ ਆਪਣਾ ਪ੍ਰਧਾਨ ਬਣਾਓ, ਕੀ ਫਰਕ ਪੈਂਦਾ? ਇਲੈਕਸ਼ਨ ਤਾਂ ਸਾਹਮਣੇ ਖੜੀ। ਔਰ ਵੱਡੀ ਗੱਲ, ਤੁਸੀਂ ਜਿਹੜੇ ਕੰਮ ਕਰਾਉਣੇ ਆ ਕੋਈ ਈਓ ਲਾ ਕੇ ਕਰਵਾ ਲਓ, ਅੱਗੇ ਕਿਹੜੇ ਐਮਐਲਏ ਨਹੀਂ ਕਰਾਉਂਦੇ। ਨਹੀਂ, ਮੇਰਾ ਖਿਆਲ ਹੈ ਇਹ ਗੱਲ ਇਹ ਤੋਂ ਕਾਫੀ ਵੱਡੀ ਹੈ। ਵੱਡੀ ਇਹ ਹੈ ਕਿ ਤੁਹਾਡਾ ਡੈਮੋਕ੍ਰੇਸੀ 'ਚ ਯਕੀਨ ਕਿੰਨਾ ਹੈ। ਤੁਸੀਂ ਰੀਅਲ ਸੈਂਸ ਦੇ ਵਿੱਚ ਇਸ ਕੰਟਰੀ ਨੂੰ ਡੈਮੋਕ੍ਰੇਟਿਕ ਕੰਟਰੀ ਬਣਾਉਣਾ ਚਾਹੁੰਦੇ ਹੋ, ਰੱਖਣਾ ਚਾਹੁੰਦੇ ਹੋ, ਜਾਂ ਕੁਝ ਵਧਾਉਣਾ ਚਾਹੁੰਦੇ ਹੋ ਉਸ ਪਾਸੇ, ਜਾਂ ਤੁਸੀਂ ਜਦੋਂ ਗੱਦੀ ਤੇ ਆ ਜਾਂਦੇ ਹੋ ਤੇ ਤੁਸੀਂ ਜਿਹੋ ਜਿਹੇ ਹੈਗੇ ਸਾਰਾ ਕੁਝ ਹੀ ਲਾਈਨ ਚਲਾ ਦੇਣਾ ਚਾਹੁੰਦੇ ਹੋ ਵੀ ਹੁਣ ਮੇਰਾ ਰੂਲ ਚੱਲੂਗਾ। ਇੱਥੇ ਕਿਤੇ ਕਾਨੂੰਨ ਦਾ, ਸੰਵਿਧਾਨ ਦਾ, ਮਰਿਆਦਾ ਦਾ, ਜਮਹੂਰੀ ਕਦਰਾਂ ਕੀਮਤਾਂ ਦਾ ਕੋਈ ਸਕੋਪ ਨਹੀਂ ਬਚੂਗਾ। ਔਰ ਇਹ ਕਰਦੇ ਆਏ ਹਾਂ ਅਸੀਂ ਲਗਾਤਾਰ ਸ਼ੁਰੂ ਹੇਠਾਂ ਤੋਂ ਉੱਪਰ ਤੱਕ। ਗਵਰਨਮੈਂਟ ਆਫ ਇੰਡੀਆ ਲੈਵਲ ਤੇ ਜਦੋਂ ਲੰਬਾ ਸਮਾਂ ਕਾਂਗਰਸ ਰਹੀ, ਉਹ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਉਹਨੇ ਨਹੀਂ ਚੱਲਣ ਦਿੱਤੀਆਂ ਤੇ 356 ਬਹੁਤ ਲੱਗਦੀ ਰਹੀ ਲਗਾਤਾਰ। ਫਿਰ ਇੱਕ ਦੌਰ ਆਇਆ, ਬੈਲੈਂਸ ਆਫ ਫੋਰਸਸ ਬਦਲੀਆਂ, ਥੋੜੀਆਂ ਜਿਹਾ ਰੀਜਨਲ ਪਾਰਟੀਆਂ ਕਮਜ਼ੋਰ ਹੋਈਆਂ, ਮਤਲਬ ਸਟਰੋਂਗ ਹੋਈਆਂ, ਤਾਂ ਥੋੜਾ ਜਿਹਾ ਟਲਿਆ ਸੀ ਇਹ ਖਤਰਾ। ਜਦੋਂ ਦੀ ਬੀਜੇਪੀ 2014 ਤੋਂ ਹੁਣ ਸਿੰਗਲ ਪਾਰਟੀ ਦੇ ਤੌਰ ਤੇ ਮੈਜੋਰਿਟੀ ਚ ਹੈ, ਉੱਥੇ ਮੱਧ ਪ੍ਰਦੇਸ਼ ਤੋਂ, ਅਰੁਣਾਚਲ ਤੋਂ, ਨਾਰਥ ਈਸਟ ਤੋਂ, ਜਿੱਥੇ ਤੱਕ ਲੈ ਕੇ ਤੁਸੀਂ ਚਲੇ ਜਾਓ, ਜਿਹੜੇ ਮਰਜ਼ੀ ਉਹਦੇ ਚ ਬਣੀਆਂ ਸਰਕਾਰਾਂ ਆਪਣੀਆਂ ਕਿਵੇਂ ਬਣਦੀਆਂ ਹੁੰਦੀਆਂ ਨੇ, ਕਿਵੇਂ ਡਿਫੈਕਸ਼ਨ ਹੁੰਦਾ, ਕਿਵੇਂ ਮਤਲਬ ਇਰਾਦੇ ਬਦਲਦੇ, ਉਹ ਸਾਡੇ ਸਾਹਮਣੇ ਦਿਖਾਈ ਦਿੰਦਾ ਉਸੇ ਤਰ੍ਹਾਂ। ਪੰਜਾਬ ਦੇ ਵਿੱਚ ਵੀ ਜਦੋਂ ਸੁਖਬੀਰ ਬਾਦਲ ਦੀ ਚੜ੍ਹਤ ਸੀ, ਮਤਲਬ 2 ਵਾਰ ਦੁਬਾਰਾ ਆ ਗਏ, ਇਹਨੇ ਕਈ ਐਮਐਲਏ, ਉਹਨਾਂ ਚੋਂ ਹੀ ਚੰਗੇ ਭਲੇ ਐਮਐਲਏ ਤੁਹਾਡੇ ਨਾਲ ਉਹ ਵੀ ਚੱਲ ਸਕਦੇ ਨੇ, ਇਸ ਤੋਂ ਬਾਅਦ ਰਿਜ਼ਾਈਨ ਕਰਾ ਕੇ ਦੁਬਾਰਾ ਬਾਈ ਇਲੈਕਸ਼ਨਾਂ ਠੋਸੀਆਂ, ਉਹਨਾਂ ਹੀ ਬੰਦਿਆਂ ਨੂੰ ਟਿਕਟ ਦਿੱਤੀ, ਉਹਨਾਂ ਹੀ ਬੰਦਿਆਂ ਨੂੰ ਦੁਬਾਰਾ ਅਕਾਲੀ ਦਲ ਚ ਲਿਆ ਕੇ ਟਰਾਈ ਕੀਤਾ। ਤੇ ਆਮ ਆਦਮੀ ਪਾਰਟੀ ਵੀ ਕੋਈ ਸਿਧਾਂਤਕ ਤੌਰ ਤੇ ਜਾਂ ਵੱਖਰੇ ਤੌਰ ਤੇ ਉਸ ਲੈਵਲ ਤੇ ਨਹੀਂ ਹੈ। ਔਰ ਜੇ ਭਗਵੰਤ ਮਾਨ ਉਹਨਾਂ ਦੀਆਂ ਸਪੀਚਾਂ ਮੈਂ ਸੁਣਦਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਮਾਈ ਆਫੀਸਰ ਚ, ਔਰ ਉਹ ਤਾਂ ਕਹਿੰਦੇ ਸੀ ਰਜਵਾੜੇ ਤੇ ਬਾਦਸ਼ਾਹ ਦੇ ਰਾਜੇ ਦੇ ਘਰੋਂ ਜੰਮੇ ਨੇ, ਉਹਨਾਂ ਦੇ ਤਾਂ ਕਈ ਵਾਰ ਦਿਮਾਗ ਚ ਆ ਜਾਂਦਾ ਉਹ ਪੁਰਾਣਾ ਕੰਮ। ਤੇ ਭਗਵੰਤ ਮਾਨ ਉੱਥੇ ਕੀ ਕਹਿੰਦੇ ਰਹੇ ਜਦੋਂ ਸਲਾਮ ਬੋਲਦੇ ਸੀ, ਮੇਰੇ ਅਫਸਰ ਹਜੇ ਡੀਸੀ, ਐਸਡੀਐਮ, ਤਹਿਸੀਲਦਾਰ ਹਜੇ ਹੜ੍ਹਾਂ ਚ ਲੱਗੇ ਨੇ, 15 ਅਗਸਤ ਤੱਕ ਗਰਦੌਰੀ ਕਰ ਦੇਣਗੇ। ਮੇਰੇ ਅਫਸਰ ਦਾ ਜਿਹੜਾ ਵਰਤਾਰਾ ਹੁੰਦਾ, ਮਾਈਂਡ ਸੈਟ ਦਾ ਜਿਹੜਾ ਸ਼ਬਦਾਂ ਦੀ ਚੋਣ ਹੈ, ਅਫਸਰ ਤੁਸੀਂ ਕਿੱਥੋਂ ਲਿਆਏ ਹੋ ਭਾਈ ਸਾਹਿਬ? ਉਹ ਕਾਨੂੰਨ ਉਹਦੇ ਤੁਹਾਡੇ ਤੋਂ ਪਹਿਲਾਂ ਲੱਗੇ ਨੇ, ਤੁਹਾਡੇ ਤੋਂ ਬਾਅਦ ਤੱਕ ਵੀ ਰਹਿਣਗੇ, ਜਦ ਤੱਕ ਵੀ ਰਹਿਣਗੇ, ਮੇਰੇ ਕਿਵੇਂ ਬਣ ਗਏ? ਉਹ ਸੂਬੇ ਦੇ ਨੇ, ਪੰਜਾਬ ਦੇ ਅਫਸਰ ਨੇ, ਭਾਰਤ ਦੇ ਅਫਸਰ ਹੋ ਸਕਦੇ ਨੇ, ਕਿਸੇ ਲੋਕਲ ਜੇ ਡੀਸੀ ਹੈ ਤਾਂ ਜ਼ਿਲ੍ਹੇ ਦੇ ਅਫਸਰ ਹੋ ਸਕਦੇ ਨੇ, ਜੇ ਐਸਡੀਐਮ ਹੈ ਤਾਂ ਤਹਿਸੀਲ ਦੇ ਅਫਸਰ ਹੋ ਸਕਦੇ ਨੇ, ਮੇਰੇ ਅਫਸਰ ਕਿਵੇਂ ਹੋਗੇ? ਇਹ ਟਰਮਨੋਲੋਜੀ ਚ ਆਪਣੇ ਆਪ ਚ ਇੱਕ ਪ੍ਰੋਬਲਮੈਟਿਕ ਗੱਲ ਹੁੰਦੀ ਹੈ ਹਮੇਸ਼ਾ ਹੀ। ਤੁਸੀਂ ਉਸ ਤਰ੍ਹਾਂ ਟਰੀਟ ਕਰਦੇ ਹੋ ਲੋਕਾਂ ਨੂੰ, ਜਿਵੇਂ ਇੱਕ ਗੱਲ ਕਾਮਰੇਡਾਂ ਚ ਬੜੀ ਚੱਲਦੀ ਹੁੰਦੀ, ਕਿਸੇ ਉਹਦੇ ਚ ਬੜੀ ਵਾਰ ਕਹਿੰਦੇ ਨੇ ਲੋਕ, ਕਹਿੰਦੇ ਸਾਥੀ ਤੂੰ ਆਜ਼ਾਦ ਤੌਰ ਤੇ ਮੇਰੇ ਵਾਂਗ ਸੋਚ। ਲੋਕਾਂ ਨੂੰ ਕਹਿੰਦੇ ਆਜ਼ਾਦ ਸੋਚੋ, ਪਰ ਮੇਰੇ ਵਾਂਗ ਸੋਚ ਆਜ਼ਾਦ ਤੌਰ ਤੇ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਗੱਲ ਜਿਹੜੀ ਇਹ ਚੱਲਦੀ ਹੈ ਵੀ ਅਸੀਂ ਡੈਮੋਕ੍ਰੇਟਿਕ ਤਾਂ ਹੈਗੇ ਆ, 3 ਕਰੋੜ ਲੋਕਾਂ ਦਾ ਮੈਂ ਨੁਮਾਇੰਦਾ, ਮੋਦੀ ਸਾਹਿਬ 140 ਕਰੋੜ ਦੇ ਨੁਮਾਇੰਦੇ ਨੇ, ਪਰ ਚੱਲੂਗੀ ਮੇਰੀ। ਉਹ ਤਾਂ 130 ਕਰੋੜ 3 ਕਰੋੜ ਦੇ ਕੋਈ ਲਾਗਾ ਦੇਗਾ ਨਹੀਂ ਹੈ ਵਿੱਚ ਕਿ ਤੁਹਾਡੀ ਚੱਲੇ ਜਾਂ ਮੇਰੀ ਚੱਲੇ। ਉਸੇ ਚੱਕਰ ਦੇ ਵਿੱਚ ਫਿਰ ਕੀ ਹੁੰਦਾ, ਫਿਰ ਸਭ ਤੋਂ ਪਹਿਲਾਂ ਮਾਰ ਛੋਟਿਆਂ ਤੇ ਪੈਂਦੀ ਹੈ। ਆ ਜਲੰਧਰ ਬਾਈ ਇਲੈਕਸ਼ਨ ਚ ਦੇਖ ਲਓ, ਸਰਪੰਚਾਂ ਨੂੰ ਨੋਟਿਸ ਗਏ ਹੋਏ ਬੈਕ ਡੇਟਾ ਚ ਜਿੰਨੇ ਗਏ ਨੇ,
ਸਰਪੰਚਾਂ ਨੇ ਸੰਗਰੂਰ ਰੈਲੀ ਕੀਤੀ ਸੀ ਹੁਣੇ ਚੀਫ ਮਿਨਿਸਟਰ ਦੇ ਸ਼ਹਿਰ 2 ਮਹੀਨੇ ਹੋਏ ਨੇ ਅਜੇ ਸਾਰਿਆਂ ਨੇ, ਕਿ ਤੁਸੀਂ ਪ੍ਰੈਕਟੀਕਲੀ ਪ੍ਰਬੰਧਕ ਲਾਣੇ ਨੇ ਅਸਲ ਦੇ ਵਿੱਚ, ਉਹਨਾਂ ਨੂੰ ਤਾਂ ਪੁੱਛ ਹੀ ਨਹੀਂ ਰਹੇ ਇਲੈਕਟਡ ਰਿਪਰੈਜ਼ੈਂਟੇਟਿਵ ਨੂੰ। ਜਿਵੇਂ ਚੱਲਦੇ ਚੱਲਦੇ ਸਾਡੇ ਵਿਰੋਧੀ ਧਿਰ ਦੇ ਐਮਐਲਏ ਦੀ ਔਕਾਤ ਖਤਮ ਕਰ ਦਿੱਤੀ ਗਈ ਹੈ, ਉਹਦਾ ਕੱਦ ਕਾਠ ਉਹਦੇ ਬਾਕੀ ਉਹ ਵੀ ਲੱਖਾਂ ਲੋਕਾਂ ਨੇ ਚੁਣਿਆ ਹੁੰਦਾ, ਉਵੇਂ ਫਿਰ ਹੇਠਾਂ ਮਿਊਨਿਸਪਲ ਕਾਰਪੋਰੇਸ਼ਨ 'ਚ ਚੁਣੇ ਹੋਏ ਬੰਦੇ, ਪੰਚਾਇਤ 'ਚ ਚੁਣੇ ਹੋਏ ਬੰਦੇ, ਤੁਸੀਂ ਉਹਨਾਂ ਦੀ ਤਾਂ ਕਦਰ ਕਰ ਹੀ ਨਹੀਂ ਸਕਦੇ ਕਿਸੇ ਵੀ ਰੂਪ ਦੇ ਵਿੱਚ। ਜੇ ਚੁਣੇ ਨੁਮਾਇੰਦਿਆਂ ਦੀ ਕਦਰ ਕਰਨੀ ਹੈ ਜਮਹੂਰੀਅਤ ਦੇ ਵਿੱਚ, ਤੁਹਾਡੇ ਠੀਕ ਹੈ ਜ਼ਿਆਦਾ ਚੁਣਤੇ ਕਿਸੇ ਦੇ ਘੱਟ ਚੁਣਤੇ, ਤਾਂ ਉਹਦਾ ਰਿਗਾਰਡ, ਬਰਾਬਰ ਦਾ ਰਿਗਾਰਡ ਤਾਂ ਹੁੰਦਾ ਕਿ ਇਸ ਹਲਕੇ ਦੇ ਵਿੱਚ ਤੈਨੂੰ ਨਾਲ ਬਿਠਾਉਣਾ ਬੜਾ ਜ਼ਰੂਰੀ ਹੁੰਦਾ ਹੈ, ਹਰ ਬੰਦੇ ਨੂੰ ਪੁੱਛਣਾ ਜ਼ਰੂਰੀ ਹੁੰਦਾ ਹੈ। ਹੁਣ ਰੌਲਾ ਇੰਨਾ ਹੀ ਚੱਲ ਰਿਹਾ ਹੈ, ਕੇਂਦਰ ਸਰਕਾਰ ਇਹਨਾਂ ਦੀ ਕੱਖ ਨਹੀਂ ਸੁਣ ਰਹੀ, ਪ੍ਰਧਾਨ ਮੰਤਰੀ ਸਾਰੀ ਆਪੋਜੀਸ਼ਨ ਦੀ ਕੱਖ ਨਹੀਂ ਸੁਣ ਰਹੇ, ਬਾਵਜੂਦ ਸਾਰੇ ਚੀਕ ਚਿਹਾੜੇ ਦੇ ਪਾਰਲੀਮੈਂਟ 'ਚ ਇੱਕ ਬਿਆਨ ਦੇਣ ਲਈ ਰਾਜੀ ਨਹੀਂ ਹੈ। ਕਰ ਲੋ, ਕੀ ਕਰੋਗੇ ਤੁਸੀਂ? ਜੇ ਇਹੀ ਜਿਹੀ ਸਿਆਸਤ ਚੱਲਣੀ ਹੈ ਜਿੱਥੇ ਕੋਈ ਰੌਲਾ ਹੀ ਨਹੀਂ, ਤਾਂ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਕਹੋ ਮੈਂ ਨਹੀਂ ਮੰਨਦਾ, ਮੈਂ ਚੀਫ ਮਿਨਿਸਟਰ ਮੈਂ ਕਰੂੰ, ਤੁਸੀਂ ਸਪੀਕਰ ਨੂੰ ਇਹ ਕਹਿਣ ਤੱਕ ਚਲੇ ਜਾਓਗੇ ਵੀ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ ਜੀ ਅੱਗੇ ਨੂੰ। ਔਰ ਜੇ ਵੈਸਟਰਨ ਕੰਟਰੀ ਹੁੰਦਾ ਚੀਫ ਮਿਨਿਸਟਰ ਨੂੰ ਅਸਤੀਫਾ ਦੇਣਾ ਪੈਂਦਾ ਇੰਨੇ ਮਾਮਲੇ ਦੇ ਉੱਤੇ, ਮਤਲਬ ਕਿਸੇ ਨਾ ਕਿਸੇ ਰੂਪ 'ਚ, ਕਿ ਤੂੰ ਇਹਦਾ ਮਤਲਬ ਅਸੈਂਬਲੀ ਹੈ, ਅਸੈਂਬਲੀ 'ਚ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਦੂਜੇ ਬੰਦੇ, ਤੇ ਜਿਹੜੇ 20-25 ਹੋਣ 30 ਹੋਣ ਜਿੰਨੇ ਮਰਜ਼ੀ ਹੈਗੇ ਨੇ, ਉਹਨਾਂ ਨੂੰ ਕੁਝ ਨਹੀਂ ਸਮਝਦੇ। ਤੇਰੇ ਤਾਂ ਮਾਈਂਡ ਸੈਟ ਹੀ ਰੌਂਗ ਹੈ, ਤੇਰਾ ਮਾਈਂਡ ਸੈਟ ਹੀ ਇੱਕ ਸਾਈਡ ਤੇ ਖੜਾ ਹੈ ਹੋਰ ਪਾਸੇ, ਤੁਸੀਂ ਉਹਨਾਂ ਨੂੰ ਕਦਰੇ ਨਹੀਂ ਕਰਦੇ, ਤੁਸੀਂ ਬਾਕੀ ਤਾਂ ਕੀ ਕਰਨਾ। ਇਸ ਕਰਕੇ ਇਹ ਕਦਰ ਦੀ ਉਹ ਮਾਮਲਾ ਹੈ। ਫਿਰ ਜਦੋਂ ਐਂਟੀ ਡਿਫੈਕਸ਼ਨ ਲਾ, ਅਸੀਂ ਇਹ ਚੀਜ਼ਾਂ ਨੇ ਹੇਠਾਂ ਤਾਂ ਲਾ ਹੀ ਨਹੀਂ, ਉੱਪਰ ਲਾ ਵੀ ਬਣਿਆ ਹੋਇਆ, ਕਾਨੂੰਨ ਵੀ ਬਣਿਆ ਹੋਇਆ, ਉਸ ਕਾਨੂੰਨ ਨੇ ਹੋਰ ਪੱਠਾ ਬਿਠਾਤਾ ਸਭ। ਉਹ ਕਾਨੂੰਨ ਇਹੋ ਜਿਹਾ ਬਣਿਆ, ਉਹਨੇ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਹੇਠਲੇ ਵਰਕਰਾਂ ਦਾ ਹਾਲਤ ਕਰਤੀ ਹੈ, ਪਾਰਟੀ ਪ੍ਰਧਾਨਾਂ ਤੇ ਵੱਡੇ ਲੀਡਰਾਂ ਦੇ ਹੱਥ ਦੇ ਵਿੱਚ। ਜੇ ਉਹ ਇੱਧਰ ਉੱਧਰ ਜਾਂਦਾ ਤਾਂ ਉਹਦੀ ਮੈਂਬਰੀ ਜਾਂਦੀ ਹੈ, ਵਿਪ ਜਾਰੀ ਹੋ ਜਾਂਦਾ ਹੈ, ਤੁਸੀਂ ਕੁਝ ਕਰ ਹੀ ਨਹੀਂ ਸਕਦੇ। ਕਹਿੰਦੇ ਹੋ ਅਸੀਂ ਡੈਮੋਕ੍ਰੇਟਿਕ ਕੰਟਰੀ ਆ, ਜਿੱਥੇ ਐਮਪੀ ਆਪਣੀ ਆਜ਼ਾਦ ਸੋਚ ਨਾਲ ਵੋਟ ਨਾ ਪਾ ਸਕੇ, ਆਪਣੇ ਭਾਸ਼ਣ ਨਾ ਦੇ ਸਕੇ, ਜਿੱਥੇ ਐਮਐਲਏ ਆਪਣੀ ਆਜ਼ਾਦ ਸੋਚ ਨਾਲ ਅਸੈਂਬਲੀ 'ਚ ਬੋਲ ਨਾ ਸਕੇ, ਉੱਥੇ ਡੈਮੋਕ੍ਰੇਸੀ ਦਾ ਵਜੂਦ ਕੀ ਰਹਿ ਗਿਆ? ਹੇਠਾਂ ਸਰਪੰਚ ਮਿਊਨਿਸਪੈਲਿਟੀ ਕਮਿਸ਼ਨਰ ਨੂੰ ਕੀ ਸਮਝਿਆ ਜਾਂਦਾ? ਕਦੇ ਉਹਨੂੰ ਸਮਝਿਆ ਹੀ ਨਹੀਂ ਜਾਏਗਾ ਉਸ ਮਾਮਲੇ ਦੇ ਵਿੱਚ। ਇਸੇ ਮਾਈਂਡ ਸੈਟ 'ਚੋਂ ਫਿਰ ਜੇ ਕੋਈ ਵੀ ਬੋਲਦਾ, ਅੰਦਰਲੇ ਤਾਂ ਤੁਸੀਂ ਬੰਦ ਕਰ ਲਏ, ਜੇ ਬਾਹਰ ਬੋਲਦਾ ਕੋਈ ਮੀਡੀਆ ਪਲੇਟਫਾਰਮ ਤੇ, ਬਾਹਰ ਬੋਲਦਾ ਕੋਈ ਟ੍ਰੇਡ ਯੂਨੀਅਨ ਦੇ ਫਰੰਟ ਤੇ, ਬਾਹਰ ਬੋਲਦਾ ਕੋਈ ਜਨਤਕ ਜਥੇਬੰਦੀ ਵਾਲਾ, ਉਹ ਕਹਿੰਦੇ ਵੀ ਇਹਦਾ ਵੀ ਇਲਾਜ ਕਰੋ, ਕੋਈ ਇਹਦੇ ਤੇ ਵੀ ਪਾਓ ਕੋਈ ਕੇਸ, ਜਾਂ ਲਾਲਚ 'ਚ ਦੇਖ ਲਓ ਸੌਦੇਬਾਜ਼ੀ ਹੁੰਦੀ ਹੈ, ਜਾਂ ਵੈਸੇ ਟਿਕਾ ਲਓ। ਫਿਰ ਤੁਸੀਂ ਇਸ ਪਾਸੇ ਚੱਲਦੇ ਹੋ, ਤੁਹਾਡਾ ਸਾਰਾ ਜ਼ੋਰ ਇਸ ਪਾਸੇ ਲੱਗਦਾ ਕਿ ਡਾਇਸੈਂਟ ਨੂੰ ਕਿਵੇਂ ਖਤਮ ਕਰਨਾ। ਡੈਮੋਕ੍ਰੇਸੀ ਦੀ ਮੂਲ ਭਾਵਨਾ ਡਾਇਸੈਂਟ ਤੋਂ ਸ਼ੁਰੂ ਹੁੰਦੀ ਹੈ, ਬਖਰੇਵੇਂ ਤੋਂ ਸ਼ੁਰੂ ਹੁੰਦੀ ਹੈ। ਜੇ ਤੁਸੀਂ ਉਹਦੀ ਕਦਰ ਨਹੀਂ ਕਰਦੇ ਤਾਂ ਤੁਸੀਂ ਚੋਣ ਇੱਕ ਵਾਰ ਚੁਣੋ, ਜਿਵੇਂ ਮਰਜ਼ੀ ਚੁਣੇ ਜਾਓ, ਅਲੱਗ ਗੱਲ ਹੈ। ਫਿਰ ਤੁਸੀਂ ਟਰੱਕ ਯੂਨੀਅਨਾਂ ਤੱਕ ਹੀ, ਮਿਊਨਿਸਪਲ ਕਮੇਟੀਆਂ ਤੱਕ ਹੀ ਬਾਕੀ ਨੇ। ਔਰ ਮੈਂ ਮੰਤਰੀਆਂ ਨੂੰ ਕਹਿੰਦਾ ਸੁਣਦਾ, ਸਰਪੰਚਾਂ ਦੇ ਇਕੱਠਾਂ 'ਚ ਮੈਂ ਆਪ ਪਰਸਨਲੀ ਦੇਖਿਆ ਵੀ ਤੁਸੀਂ ਦੇਖੋ ਸਾਡੇ ਤਾਂ ਹੈ ਨਹੀਂ, ਇਹ ਤਾਂ ਪਹਿਲਾਂ ਵਾਲੀ ਸਰਕਾਰ 'ਚ ਚੁਣੇ ਗਏ, ਤੁਸੀਂ ਉਹਨਾਂ ਦੇ ਹੋ, ਉਹਦੇ 'ਚ ਵੀ ਰਲਦੇ ਵੇਲੇ ਮੇਰੇ ਕੋਈ ਕਿਸੇ ਪਾਰਟੀ ਨਾਲ ਕੋਈ ਕਿਸੇ ਨਾਲ। ਇਹ ਠੀਕ ਹੈ ਕਿ ਜਿਹੜੀ ਮੈਜੋਰਟੀ ਜਿਹਦੀ ਸਰਕਾਰ ਹੁੰਦੀ ਹੈ, ਮੈਜੋਰਟੀ ਉਹਦੇ ਚੁਣੇ ਜਾਂਦੇ ਨੇ ਹੇਠਾਂ, ਕਿਉਂਕਿ ਹਾਲਾਤ ਹੀ ਇਹ ਜਿਹੇ ਨੇ। ਕੁਝ ਲੋਕ ਕੰਪਰੋਮਾਈਜ਼ ਕਰ ਲੈਂਦੇ ਨੇ ਇਸ ਕਰਕੇ ਕਿ ਇਹਦੀ ਕਿਹੜਾ ਸੁਣੀ ਜਾਣੀ ਹੈ, ਯਾਰ ਇਹੋ ਜਿਹਾ ਬਣਾ ਦਿਓ, ਇਹਨਾਂ ਚੋਂ ਚੱਕ ਕੇ ਤੱਕ ਅੱਗੇ ਪਿੰਡ ਦਾ ਕੋਈ ਕੰਮ ਘੱਟੋ ਘੱਟ ਮਾੜਾ ਮੋਟਾ ਹੁੰਦਾ ਰਹੇ। ਇਹ ਮਾਈਂਡ ਸੈਟ ਬਣਾਤਾ। ਉਸੇ ਜਗ੍ਹਾ 'ਚ ਪ੍ਰਧਾਨ ਜਦੋਂ ਸਾਡੇ ਚੀਫ ਮਿਨਿਸਟਰ ਗਏ ਨੇ ਦਿੱਲੀ, ਸੰਜੇ ਸਿੰਘ ਕੱਢੇ ਬੈਠੇ ਨੇ ਸਾਰੇ ਸੈਸ਼ਨ ਦੇ ਵਾਸਤੇ, ਇਹਨਾਂ ਦੇ ਇੱਕ ਮੈਂਬਰ ਰਾਜ ਸਭਾ ਦੇ ਵਿੱਚੋਂ। ਉੱਥੇ ਜਾ ਕੇ ਉਹ ਕੀ ਬਿਆਨ ਦਿੰਦੇ ਨੇ ਮੀਡੀਆ ਦੇ ਵਿੱਚ? ਉੱਥੇ ਬਿਆਨ ਦਿੰਦੇ ਨੇ ਵੀ ਜੇ ਡੈਮੋਕ੍ਰੇਸੀ ਆਈ ਚੱਲਣੀ ਹੈ ਤਾਂ 28 ਸੂਬੇ ਤੁਹਾਡੇ ਰਾਜਪਾਲ ਹੈਗੇ ਨੇ, ਪ੍ਰਧਾਨ ਮੰਤਰੀ ਤੁਹਾਡੇ ਕੋਲ ਹੈ, 28-30 ਬੰਦੇ ਐਲਾਨ ਕਰ ਦਿਓ, ਫਿਰ ਚੋਣਾਂ ਦਾ ਕੋਈ ਮਤਲਬ ਨਹੀਂ ਹੈ, ਤੁਸੀਂ ਆਪਣੇ ਢੰਗ ਨਾਲ ਸਰਕਾਰ ਚਲਾਈ ਜਾਓ। ਇਹ ਚੀਫ ਮਿਨਿਸਟਰ ਦਾ ਬਿਆਨ ਹੈ। ਫਿਰ ਤੁਸੀਂ ਇਹ ਕਰ ਲਓ ਇੱਥੇ ਕਿ 81 ਤਹਿਸੀਲਾਂ ਨੇ, ਉਹਦੀਆਂ ਮਿਊਨਿਸਪਲ ਕਮੇਟੀਆਂ ਨੇ, ਲਗਭਗ 72-73 ਸਬ ਤਹਿਸੀਲਾਂ ਨੇ, ਉਹਨੇ ਕੋ ਬੰਦੇ ਲਾ ਲਓ, ਉਹਨੇ ਕੁ ਬੰਦੇ ਲਾ ਲਓ। ਕਾਹਨੂੰ ਚੋਣਾਂ ਕਰਾਉਣੀਆਂ ਨੇ? ਨੋਮੀਨੇਟ ਕਰ ਦਿਓ, ਜਿਵੇਂ ਇੰਪਰੂਵਮੈਂਟ ਟਰਸਟਾਂ ਦੇ ਨੋਮੀਨੇਟ ਹੋ ਗਏ, ਬਾਕੀ ਚੀਜ਼ਾਂ ਨੋਮੀਨੇਟ ਹੋ ਗਈਆਂ। ਮਾਰਕੀਟ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ ਸੀ, ਹੁਣ ਚੋਣਾਂ ਦੀ ਜਗ੍ਹਾ ਨੋਮੀਨੇਸ਼ਨਾਂ ਹੋ ਗਈਆਂ, ਇਹਦੇ 'ਚ ਵੀ ਨੋਮੀਨੇਟ ਕਰ ਲਿਆ ਕਰੋ। ਕਿਉਂ ਪੰਗੇ 'ਚ ਪੈਂਦੇ ਹੋ? ਜਦ ਸਰਕਾਰ ਬਣਦੀ ਹੈ ਪੁਰਾਣਿਆਂ ਨੂੰ ਕਿਹਾ ਕਰੋ ਭਾਈ ਸਾਰੇ ਅਸਤੀਫੇ ਦਿਓ, ਕਿਉਂਕਿ ਤੁਸੀਂ ਨੋਮੀਨੇਟਡ ਹੋ, ਤੁਸੀਂ ਇਲੈਕਸ਼ਨ ਨਾਲ ਨਹੀਂ। ਇਹ ਸਰਕਾਰ ਤੋਂ ਉਮੀਦ ਇਹ ਸੀ ਕਿ ਮਾਰਕੀਟ ਕਮੇਟੀਆਂ ਵੀ ਬਹਾਲ ਕਰੇ, ਉੱਥੇ ਵੀ ਇਲੈਕਸ਼ਨ ਹੋਵੇ, ਕਿਉਂਕਿ ਉਸ ਐਕਟ ਦੇ ਵਿੱਚ ਇਲੈਕਸ਼ਨ ਸਿਸਟਮ ਹੈ। ਟੋਟਲ ਕੋਆਪਰੇਟਿਵ ਬਾਡੀ ਦੀਆਂ ਵੀ ਇਲੈਕਸ਼ਨਾਂ ਹੋਣ, ਉਹਦੇ 'ਚੋਂ ਚੁਣ ਕੇ ਆਏ ਬੰਦੇ ਆਪਣੇ ਆਪਣੇ ਤਰੀਕੇ ਨਾਲ ਕਰਨ। ਤੁਸੀਂ ਤਾਂ ਉਦੋਂ ਵੀ ਉਧਰ ਨੂੰ ਬਦਲਾ ਕਿਧਰੇ ਹੋਰ ਪਾਸੇ ਮਲਮਾ ਚੜ ਗਿਆ ਤੇ
ਡੈਮੋਕ੍ਰੇਸੀ ਮਾੜੀ ਮੋਟੀ ਠੀਕ ਆਉਣ ਦੀ ਬਜਾਏ, ਸੂਤ ਆਉਣ ਦੀ ਬਜਾਏ ਤੁਸੀਂ ਉਦੋਂ ਵੀ ਜ਼ਿਆਦਾ ਪਰਦਾ ਪਾਉਣ ਲੱਗੇ, ਫਿਰ ਇਹ ਗੱਲ ਬਣਨੀ ਨਹੀਂ ਹੈ। ਹਾਂ, ਬਾਅਦ ਦੇ ਵਿੱਚ ਤੁਸੀਂ ਟਵੀਟ ਕਰਕੇ ਜਦੋਂ ਵੀਡੀਓ ਕਰਦੇ ਹੋ, ਬਾਅਦ ਚ ਇਨਕਲਾਬ ਜਿੰਦਾਬਾਦ ਇੱਕ ਫੋਕਾ ਸਲੋਗਨ ਦੇ ਦਿਆ ਕਰੋ, ਕੋਈ ਗੱਲ ਨਹੀਂ, ਜੇ ਲੋਕ ਇਹਨੂੰ ਬਰਦਾਸ਼ਤ ਕਰਦੇ ਨੇ। ਪਰ ਇਹ ਬਹੁਤ ਖਤਰਨਾਕ ਰੁਝਾਨ ਹੈ। ਮੈਂ ਇਹਦੇ ਨਾਲ ਇੱਕ ਗੱਲ ਐਡ ਕਰ ਦਿਆਂ ਜੀ। ਮੈਂ ਬਿਲਕੁਲ ਸਹਿਮਤ ਹੈ ਹਮੀਰ ਹੋਰਾਂ ਦੀ ਗੱਲ ਦੇ ਨਾਲ ਕਿ ਬਦੂਆ ਮਜ਼ਦੂਰ ਬਣ ਕੇ। ਮੈਂ ਪਹਿਲਾਂ ਬੈਕਗਰਾਉਂਡ ਦੱਸੀ ਹੈ ਵੀ ਐਂਟੀ ਡਿਫੈਕਸ਼ਨ ਲਾ ਕਿਉਂ ਆਇਆ ਰਾਮ ਗਿਆ ਰਾਮ ਤੋਂ ਆਇਆ। ਮੈਂ ਉੱਥੇ ਨਹੀਂ ਜਾਂਦਾ, ਮੈਂ ਲੇਟੈਸਟ ਮਹਾਰਾਸ਼ਟਰ ਤੇ ਹੋਣਾ। ਮਹਾਰਾਸ਼ਟਰ ਦੇ ਵਿੱਚ ਪਹਿਲਾਂ ਤਾਂ ਸ਼ਿਵ ਸੈਨਾ ਬ੍ਰੇਕ ਕੀਤੀ ਬੀਜੇਪੀ ਨੇ, ਫਿਰ ਐਨਸੀਪੀ ਕੀਤੀ ਕਿ ਅਸੀਂ ਇਹਨੂੰ ਇੱਕ ਨਾਰਮਲ ਇਲੈਕਟੋਰਲ ਪ੍ਰੈਕਟਿਸ ਮੰਨਾਂਗੇ ਜਾਂ ਮੈਂਡੇਟ ਆਫ ਦੀ ਪੀਪਲ ਮੰਨਾਂਗੇ ਜਾਂ ਇਸ ਡਿਫੈਕਸ਼ਨ ਨੂੰ ਜਾਇਜ਼ ਠਹਿਰਾਵਾਂਗੇ ਵੀ ਜੋ ਐਮਐਲਏ ਨੇ ਚਾਹਿਆ ਉਹ ਕਰ ਲਿਆ, ਜਾਂ ਵੈਲਿਊ ਸਿਸਟਮ ਤੇ ਇਹ ਅਟੈਕ ਸੀਗਾ। ਇਸ ਤੋਂ ਪਹਿਲਾਂ ਗੋਆ ਦੇ ਵਿੱਚ ਇਲੈਕਸ਼ਨ ਹੋਈ, ਬੀਜੇਪੀ ਦੀ ਮੈਜੋਰਟੀ ਨਹੀਂ ਹੈ, ਸਰਕਾਰ ਬੀਜੇਪੀ ਦੀ ਬਣਦੀ ਹੈ ਡਿਸਪਾਈਟ ਐਂਟੀ ਡਿਫੈਕਸ਼ਨ ਲਾ। ਇਹ ਐਗਜ਼ਾਮਪਲ ਹੋਰ ਵੀ ਕਿੰਨੀ ਹੈ। ਪਿੱਛੇ ਜਦੋਂ ਕਰਨਾਟਕ ਦੀ ਇਲੈਕਸ਼ਨ ਹੋਈ ਉਦੋਂ ਬੀਜੇਪੀ ਵਾਲੇ ਗੱਲ ਕਹਿ ਰਹੇ ਸੀ ਵੀ ਰਿਜ਼ਲਟ ਜੋ ਮਰਜ਼ੀ ਆਵੇ ਸਰਕਾਰ ਤਾਂ ਅਸੀਂ ਬਣਾਵਾਂਗੇ। ਉਹ ਮੈਜੋਰਟੀ ਇੰਨੀ ਆ ਗਈ ਕਾਂਗਰਸ ਦੀ ਕਿ ਇਹ ਕੰਮ ਇਹ ਕਰ ਨਹੀਂ ਸਕੇ। ਹੁਣ ਇੱਕ ਡਰ ਰਹਿੰਦਾ ਹਮੇਸ਼ਾ ਦੂਜੀ ਪਾਰਟੀਆਂ ਨੂੰ ਵੀ ਜੇ ਅਸੀਂ ਜੇ ਸਰਕਾਰ ਬਣਾਉਣ ਦੀ ਕੋਸ਼ਿਸ਼ ਵੀ ਕਰੀਏ ਤੇ ਬੀਜੇਪੀ ਵਾਲੇ ਤੋੜ ਦੇਣਗੇ। ਐਗਜ਼ਾਮਪਲ ਸਾਹਮਣੇ ਹੈਗੀ ਹੈ। ਇਸ ਗੱਲ ਨੂੰ ਅਸੀਂ ਕੰਟੈਕਸਟ ਦੇ ਵਿੱਚ ਕਿੱਥੇ ਰੱਖਾਂਗੇ, ਇਹਦਾ ਇਲਾਜ ਕੀ ਹੈ? ਜੇ ਬਦੂਆ ਮਜ਼ਦੂਰ ਬਣਾਉਣਾ ਉਨਾ ਹੀ ਗਲਤ ਹੈ ਤਾਂ ਜੋ ਕੁਛ ਮਹਾਰਾਸ਼ਟਰ ਦੇ ਵਿੱਚ ਹੋਇਆ ਇਹ ਵੀ ਉਨਾ ਹੀ ਗਲਤ ਹੈ। ਇਸ ਮੁਲਕ ਨੂੰ ਬੈਠ ਕੇ ਇਹਦੇ ਬਾਰੇ ਸੋਚ ਵਿਚਾਰ ਕਰਨੀ ਪੈਣੀ ਹੈ ਕਿ ਇਹਦਾ ਹੱਲ ਕੀ ਹੈ। ਬਿਲਕੁਲ। ਜਦੋਂ ਇਹਦਾ ਇਲਾਜ ਬਹੁਤ ਸਾਰੇ ਕੰਟਰੀ ਨੇ ਲੱਭਿਆ ਜੀ। ਇਹਦਾ ਇਲਾਜ ਰਾਈਟ ਟੂ ਰੀਕਾਲ ਹੈ। ਜਿਹੜੇ ਹਲਕੇ ਨੇ ਉਹਨੂੰ ਚੁਣ ਕੇ ਭੇਜਿਆ, ਉਹਨਾਂ ਲੋਕਾਂ ਤੋਂ ਪੁੱਛੋ ਉਹ ਗਿਆ ਠੀਕ ਗਿਆ ਜਾਂ ਗਿਆ ਗਲਤ ਗਿਆ। ਅਸੀਂ ਪੋਲੀਟੀਕਲ ਲਿਟਰੇਸੀ ਨਹੀਂ ਦਿੱਤੀ ਹੈ ਜੇ ਲੋਕਾਂ ਨੂੰ। ਲੋਕਾਂ 'ਚ ਇੱਕ ਸਾਡੀ ਡੈਮੋਕ੍ਰੇਸੀ ਇਸ ਚੀਜ਼ ਦਾ ਨਾਂ ਹੈ ਕਿ ਤੁਸੀਂ ਲੋਕਾਂ ਕੋਲ ਜਾਂਦੇ ਹੋ। ਅੱਜ ਵੀ ਪੰਜਾਬ ਤੋਂ ਬਿਨਾਂ ਸਾਡੇ ਸੂਬਿਆਂ ਦੇ ਮੈਜੋਰਿਟੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਕੋਲ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੋਂ ਲੈ ਕੇ ਵੱਖ-ਵੱਖ ਲੋਕਾਂ ਨੂੰ ਵਾਪਸ ਬੁਲਾਉਣ ਦਾ ਹੱਕ ਹੈ। ਛੱਤੀਸਗੜ੍ਹ 'ਚ ਇਹ ਐਕਸਰਸਾਈਜ਼ ਹੋ ਚੁੱਕੀ ਹੈ ਔਰ ਵੱਖ-ਵੱਖ ਹੋਰ ਇੱਕ ਦੋ ਸੂਬਿਆਂ 'ਚ ਵੀ ਹੋ ਚੁੱਕੀ ਹੈ। ਵਿਡਰਾ ਕਰਨ ਦਾ ਮਾਮਲਾ ਵੀ ਵਾਪਸ ਵੀ ਉਹ ਡੈਮੋਕ੍ਰੇਟਿਕ ਹੈ। ਮੈਂ ਇਹਦਾ ਦੇ ਦੇਣਾ, ਇਹ ਕੋਈ ਨਵੀਂ ਗੱਲ ਨਹੀਂ ਹੈ ਰਾਈਟ ਟੂ ਰੀਕਾਲ। ਇਹ ਸਵਿਟਜ਼ਰਲੈਂਡ ਦਾ ਮਾਮਲਾ ਬੜੇ ਸਾਲਾਂ ਤੋਂ ਕੋਰਟ ਹੁੰਦਾ ਚਲਾ ਆ ਰਿਹਾ ਹੈ ਕਿ ਉੱਥੇ ਰਾਈਟ ਟੂ ਰੀਕਾਲ ਹੈ। ਇਹ ਅਸੀਂ ਬੜੇ ਆਈ ਥਿੰਕ ਡੈਕੇਡਸ ਤੋਂ ਇਹ ਡਿਸਕੋਰਸ ਦਾ ਪਾਰਟ ਰਿਹਾ ਤੇ ਇਹ ਵੀ ਡਿਸਕਸ ਹੋਇਆ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਇਹ ਪ੍ਰੈਕਟੀਕਲ ਹੈ ਕਿ ਨਹੀਂ, ਪ੍ਰੈਕਟੀਕੇਬਲ ਹੈ ਕਿ ਨਹੀਂ ਹੈ। ਇਹ ਬੜੀਆਂ ਡਾਇਮੈਂਸ਼ਨ ਦਾ ਸਿਰਫ ਕਹਿ ਦੇਣ ਨਾਲ ਗੱਲ ਨਹੀਂ ਬਣਦੀ ਵੀ ਉੱਥੇ ਰਾਈਟ ਟੂ ਰੀਕਾਲ ਹੈ। ਉਹਨਾਂ ਦੀਆਂ ਸਿਚੁਏਸ਼ਨਸ ਹੋ ਰਹੀ ਸਾਡੀਆਂ ਹੋ ਰਹੀ। ਔਰ ਇੱਕ ਇਹ ਵੀ ਸਵਾਲ ਹੈ ਨਾ ਕਿ ਜਦੋਂ ਕਿਸੇ ਵਿਅਕਤੀ ਨੂੰ ਚੁਣਿਆ ਜਾਂਦਾ ਉਹ ਕਿਸ ਵਿਚਾਰ ਨਾਲ, ਕਿਸ ਆਈਡੀਓਲੋਜੀ ਨਾਲ ਆ ਰਿਹਾ। ਲੋਕ ਜਦੋਂ ਫੈਸਲਾ ਲੈ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਸਾਲ 2 ਸਾਲ ਬਾਅਦ ਉਹ ਪਰਿਸਥਿਤੀਆਂ ਦੇ ਵਹਾਅ 'ਚ ਕਿਸੇ ਹੋਰ ਪਾਸੇ ਚਲੇ ਜਾਂਦਾ ਜਾਂ ਉਹਨੂੰ ਤੋੜ ਲਿਆ ਜਾਂਦਾ ਤਾਂ ਫਿਰ ਉਹ ਇੱਕ ਤਰ੍ਹਾਂ ਨਾਲ ਇਨਸਲਟ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਚੁਣਿਆ ਹੁੰਦਾ। ਮਹਾਰਾਸ਼ਟਰ ਦੇ ਵਿੱਚ ਜਿੱਦਾਂ ਸਰਦਾਰ ਜਗਤਾਰ ਸਿੰਘ ਜੀ ਕਹਿ ਰਹੇ ਆ, ਜਦੋਂ ਇਹ ਮਾਮਲਾ ਸੁਪਰੀਮ ਕੋਰਟ 'ਚ ਜਾਂਦਾ ਤੇ ਉਹਨਾਂ ਨੇ ਬੜਾ ਸਾਫ਼ ਕਹਿਤਾ ਸੀ। ਕਈ ਵਾਰੀ ਬੰਦਾ ਮੋਰੈਲਿਟੀ ਤੇ ਮੋਰਲ ਗਰਾਊਂਡ ਦੇ ਉੱਤੇ ਅਸਤੀਫਾ ਦੇ ਜਾਂਦਾ। ਜਦੋਂ ਉद्धਵ ਠਾਕਰੇ ਨੇ ਅਸਤੀਫਾ ਦੇ ਦਿੱਤਾ ਸੀਗਾ ਕਿ ਮੇਰੇ ਕੋਲ ਹੁਣ ਸਫੀਸ਼ੀਐਂਟ ਅੰਕੜਾ ਨਹੀਂ ਰਿਹਾ ਤੇ ਸੁਪਰੀਮ ਕੋਰਟ ਨੇ ਬਾਅਦ 'ਚ ਕਿਹਾ ਸੀ ਵੀ ਜੇ ਤੁਸੀਂ ਅਸਤੀਫਾ ਨਾ ਦਿੰਦੇ ਤਾਂ ਤੁਹਾਡੇ ਕੋਲ ਕਾਫੀ ਫੇਵਰ ਸੀ, ਅਸੀਂ ਇਹ ਸਰਕਾਰ ਕਿਉਂਕਿ ਬਣੀ ਰਹਿ ਸਕਦੀ ਸੀ। ਉਦੋਂ ਉਹਨਾਂ ਕੋਲ ਅੰਕੜਾ ਨਹੀਂ ਸੀ ਕਈ ਵਾਰੀ। ਤੇ ਮੈਨੂੰ ਲੱਗਦਾ ਸੁਪਰੀਮ ਕੋਰਟ ਵਰਗੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਸੰਵਿਧਾਨ ਦੀ ਵਿਆਖਿਆ ਕਰਦੀਆਂ ਨੇ, ਉਹਨਾਂ ਨੂੰ ਚਾਹੀਦਾ ਸੀਗਾ ਕਿ ਜੇ ਅਸਤੀਫਾ ਦੇ ਵੀ ਦਿੱਤਾ ਸੀ ਉਹਨਾਂ ਨੂੰ ਬਹਾਲ ਕਰ ਦੇਣਾ ਚਾਹੀਦਾ ਸੀ। ਇੱਕ ਵਾਰੀ ਸਟੇਟਸ ਕੋ ਬਣਾ ਕੇ ਫਿਰ ਸੁਣਵਾਈ ਕਰਦੇ। ਮੈਨੂੰ ਲੱਗਦਾ ਇਹ ਸਵਾਲ ਵੀ ਵੱਡੇ ਨੇ ਕਿ ਫੈਸਲੇ ਸਖਤ ਲਏ ਬਿਨਾਂ ਗੁਜ਼ਾਰਾ ਨਹੀਂ। ਮੈਂ ਸਰਦਾਰ ਜਗਤਾਰ ਸਿੰਘ ਜੀ ਅਗਲਾ ਸਵਾਲ ਤੁਹਾਡੇ ਕੋਲ ਲੈ ਕੇ ਆਉਣਾ ਹੈ। ਸਵਾਲ ਹੈ ਇੱਥੇ ਲੋਕਾਂ ਦੇ ਹੱਕ ਦਾ ਮਾਮਲਾ ਵੀ ਹੈ ਕਿ ਅੰਦੋਲਨ ਕਰਨਾ, ਮੋਰਚੇ ਲਾਉਣੇ ਜਾਂ ਬਾਕੀ ਚੀਜ਼ਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣੀ। ਜਿਹੜਾ ਬੰਦੀ ਸਿੱਖਾਂ ਦਾ ਮਾਮਲਾ ਮੋਰਚੇ ਨਾਲ ਉਹਨਾਂ ਵੱਡਾ ਹੋਇਆ ਕਿ ਨਹੀਂ ਹੋਇਆ, ਪਰ ਮੋਰਚੇ ਨੇ ਹਾਈ ਕੋਰਟ ਦੇ ਵਿੱਚ ਦਸਤਕ ਦਿੱਤੀ ਹੋਈ ਆ। ਕੁਝ ਇੱਕ ਵਿਅਕਤੀ ਜਿਨ੍ਹਾਂ ਨੇ ਇੱਕ ਚੌਂਕ ਰੋਕਿਆ ਹੋਇਆ, ਚੰਡੀਗੜ੍ਹ 'ਚ ਐਂਟਰ ਕਰਦੀ ਵੱਡੀ ਸੜਕ, ਇਹ ਕਿਹਾ ਜਾਂਦਾ ਕਿ ਇੱਕ ਹਿੱਸਾ ਉਹਦਾ ਰੁਕਿਆ ਹੋਇਆ। ਹਾਲਾਂਕਿ ਇੰਨੀ ਵੱਡੀ ਗਿਣਤੀ ਨਹੀਂ ਕਿ ਉਹ ਰੋਕ ਸਕਣ। ਫਿਰ ਵੀ ਜਿਹੜੀ ਅੱਜ ਸੁਣਵਾਈ ਹੋਈ ਆ ਉਹਦੇ ਵਿੱਚ 17 ਤਰੀਕ ਤੱਕ, 17 ਅਗਸਤ ਤੱਕ ਇਹਦਾ ਫੈਸਲਾ ਲੈਣ ਲਈ ਕਿਹਾ ਗਿਆ। ਨਹੀਂ ਤੇ ਫੈਸਲਾ ਕੋਰਟ ਲੈ ਸਕਦੀ ਆ, ਉਹਨਾਂ ਨੂੰ ਹਟਾਉਣ ਦੇ ਨਿਰਦੇਸ਼ ਵੀ ਆ ਸਕਦੇ ਨੇ। ਔਰ
17 ਤੱਕ ਇਹਦਾ ਕੋਈ ਹੱਲ ਕੱਢਿਆ ਜਾਵੇ, ਲੋਕਾਂ ਦੀ ਆਵਾਜਾਈ ਦੇ ਵਿੱਚ ਰੁਕਾਵਟ ਨੂੰ ਪਾਸੇ ਕੀਤਾ ਜਾਵੇ। ਉੱਥੇ ਵੱਖਰੀ ਗੱਲ ਆ ਕਿ ਦੋਨਾਂ ਸਟੇਟਾਂ ਦੇ, ਮੈਂ ਸਟੇਟ ਇਸ ਕਰਕੇ ਕਹਿ ਰਿਹਾ ਕਿ ਯੂਟੀ ਔਰ ਪੰਜਾਬ ਦੇ, ਹਾਲਾਂਕਿ ਹੈ ਤਾਂ ਪੰਜਾਬ ਦਾ ਹੀ ਚੰਡੀਗੜ੍ਹ, ਜਿਹੜੇ ਐਡਵੋਕੇਟ ਜਨਰਲ ਹੈ ਉਹਨਾਂ ਨੇ ਵੀ ਸਹਿਮਤੀ ਨਾਲ ਇਸ ਦੇ ਨਾਲ ਗੱਲਬਾਤ ਕਰਕੇ ਗੱਲ ਅੱਗੇ ਵਧਾਉਣੀ ਹੈ। ਪਿੱਛੇ ਡੀਜੀਪੀ ਨੂੰ ਵੀ ਕਿਹਾ ਗਿਆ ਸੀ ਵੀ ਹੱਲ ਕੱਢੋ, ਪੰਜਾਬ ਦੇ ਡੀਜੀਪੀ ਨੂੰ, ਚੰਡੀਗੜ੍ਹ ਦੇ ਡੀਜੀਪੀ ਨੂੰ। ਖੈਰ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਇਹਦੇ ਸੰਕੇਤਕ ਅਰਥ ਕੀ ਨੇ, ਇਹਦੇ ਵੱਡੇ ਅਰਥ ਕੀ ਨੇ, ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਆ ਉਹਦਾ ਮੋਰਚੇ ਨਾਲ ਤਾਲੁਕ ਕੀ ਆ, ਇਹ ਮਾਮਲਾ ਨਿਆਂ ਦਾ, ਕਾਨੂੰਨ ਦਾ, ਅਦਾਲਤਾਂ ਦਾ ਹੈ ਕਿ ਜਾਂ ਇਹ ਸਟਰਗਲ ਦਾ ਹੈ, ਮਾਸਸ ਪ੍ਰੈਸ਼ਰ ਦਾ ਹੈ, ਇਹ ਸਰਕਾਰਾਂ ਦਾ ਹੈ, ਇਹ ਪੋਲਿਟਿਕਸ ਹੈ, ਇਹ ਕੀ ਹੈ? ਤੇ ਜਿਹੜੀ ਇਹ ਕੁਝ ਲੋਕਾਂ ਦੇ ਬੈਠੇ ਰਹਿਣ ਦੀ ਗੱਲ ਆ ਤੇ ਉਹਨੂੰ ਹਾਈ ਕੋਰਟ ਵਿੱਚ ਡਿਸਕਸ ਕੀਤਾ ਜਾ ਰਿਹਾ। ਹਾਈ ਕੋਰਟ ਦੇ ਵਿੱਚ ਇਹ ਵੀ ਤਾਂ ਡਿਸਕਸ ਕੀਤਾ ਜਾ ਸਕਦਾ ਹੈ, ਕੋਈ ਧਿਰ ਬਣ ਸਕਦਾ ਹੈ ਕਿ ਇਸ ਮਾਮਲੇ ਨੂੰ ਵੀ ਨਿਪਟਾ ਦਿਓ ਜਿਹਦੇ ਕਾਰਨ ਉਹ ਬੈਠੇ ਆ। ਕੀ ਕਹਿੰਦੇ? ਮੈਂ ਪਹਿਲੀ ਗੱਲ, ਮੈਂ ਬਿਲਕੁਲ ਹੱਕ ਦੇ ਵਿੱਚ ਹਾਂ ਕਿ ਜਿਹੜੇ ਉਸ ਸਟਰਗਲ ਦੇ ਨਾਲ ਸੰਬੰਧਿਤ ਇਸ ਵੇਲੇ ਕੈਦੀ ਹੈਗੇ, ਇਹ ਸਿਆਸੀ ਕੈਦੀ ਹੈ। ਈਵਨ ਜਗਤਾਰ ਸਿੰਘ ਹਵਾਰਾ, ਭਾਵੇਂ ਉਹ ਵਾਂਟਡ ਸੀ ਬਿਆਨ ਸਿੰਘ ਦੇ ਮਰਡਰ ਕੇਸ ਦੇ ਵਿੱਚ, ਸਿਆਸੀ ਕੈਦੀ ਹੈ। ਉਹਨਾਂ ਨੇ ਕਿਸੇ ਨਿੱਜੀ ਰੰਜਿਸ਼ ਕਰਕੇ ਬਿਆਨ ਸਿੰਘ ਨੂੰ ਨਹੀਂ ਸੀ ਮਾਰਿਆ, ਉਹ ਸਿਆਸਤ ਦਾ ਪਾਰਟ ਹੈ ਸਾਰਾ। ਸੋ ਜਿਹੜੇ ਸਿਆਸੀ ਕੈਦੀ ਹੈ, ਜੇ ਉਹਨਾਂ ਨੇ ਐਡੀ ਲੰਬੀ ਸਜ਼ਾ ਕੱਟ ਲਈ ਹੈ ਤੇ ਮੇਰੇ ਖਿਆਲ 'ਚ ਉਹ ਰਿਹਾ ਕਰ ਦੇਣੀ ਚਾਹੀਦੀ ਹੈ। ਹੁਣ ਆਪਣੇ ਬਲਵੰਤ ਸਿੰਘ ਰਾਜੂਆਣਾ ਫਾਂਸੀ ਦੀ ਸਜ਼ਾ ਵਿਚਕਾਲੇ ਅਟਕਿਆ ਹੋਇਆ, ਇਹ ਕਿਸੇ ਪਾਸੇ ਲਾਓ ਤੜ ਪੱਤਣ। ਸੋ ਇਹਨਾਂ ਦੀ ਰਿਹਾਈ ਦੇ ਮੈਂ ਬਿਲਕੁਲ ਹੱਕ ਦੇ ਵਿੱਚ ਹੈ। ਕੇਂਦਰ ਸਰਕਾਰ ਦੀ ਚਿੱਠੀ ਵੀ ਇੱਕ ਵਾਰੀ ਆ ਚੁੱਕੀ ਹੈ ਵੀ ਅਸੀਂ ਇਹ ਰਿਹਾ ਕਰਨੇ ਹੈ, ਉਹ ਗੱਲ ਉੱਥੇ ਦੀ ਉੱਥੇ ਫਿਰ ਹਟ ਗਈ। ਲੇਕਿਨ ਇੱਕ ਗੱਲ ਜ਼ਰੂਰ ਹੈ, ਕਿਹੜਾ ਗਲਤ ਹੈਗੇ ਕਿ ਸਜ਼ਾ ਪੂਰੀ ਕਰ ਲਈ। ਸਜ਼ਾ ਪੂਰੀ ਕਰਨ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਇਹਨਾਂ ਦੇ ਜਿਹੜੇ ਵਕੀਲ ਟੇਕਅਪ ਕਰ ਰਹੇ ਕੇਸਿਸ, ਉਹਨਾਂ ਨਾਲ ਗੱਲ ਕਰ ਲਓ ਤੇ ਉਹ ਸਮਝਾ ਦਿੰਦੇ ਵੀ ਕਿ ਸਜ਼ਾ ਪੂਰੀ ਕਰਨ ਵਾਲੀ ਟੈਕਨੀਕਲੀ ਗੱਲ ਨਹੀਂ ਹੈ। ਹੁਣ ਇਹਦੇ 'ਚ ਦਿੱਕਤ ਇਹ ਹੈ, ਮੈਂ ਗੱਲ ਪਹਿਲਾਂ ਵੀ ਕੀਤੀ ਸੀਗੀ, ਜਾਂ ਤਾਂ ਪੰਜਾਬ ਆਪਣੇ ਜਿਵੇਂ ਅਕਾਲੀ ਦਲ ਵਰਗੀ ਪਾਰਟੀ ਹੈ, ਕਹਿਣ ਵੀ ਇਹ ਸਿਆਸੀ ਸਟਰਗਲ ਸੀਗੀ ਤੇ ਸਿਆਸੀ ਕੈਦੀ ਹੈ, ਉਹ ਰਿਹਾ ਕਰੋ। ਇਹ ਜਦੋਂ ਤੁਸੀਂ ਕਹੋਗੇ ਉਹ ਸਟਰਗਲ ਸਿਆਸੀ ਸੀ, ਸਾਰੀ ਗੱਲ ਦੇ ਮੇਰੇ ਬਦਲ ਜਾਂਦੇ ਆ। ਇਹ ਤਾਂ ਕਹਿ ਦਿੰਦੇ ਵੀ ਅਸੀਂ ਅੱਤਵਾਦ ਦੀ ਲੜਾਈ ਪੰਜਾਬ ਨੇ ਲੜੀ ਹੈ, ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜ ਰਹੇ ਹਾਂ। ਹੁਣ ਵੀ ਕਿਹਾ ਗਿਆ ਕਸ਼ਮੀਰ ਦੇ ਕੰਸਰਨ ਦੇ ਵਿੱਚ ਕਿ ਸਿੱਖ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜਦੇ, ਬੜੀਆਂ ਕੁਰਬਾਨੀਆਂ ਕੀਤੀਆਂ। ਸਟੈਂਡ ਤਾਂ ਅਸੀਂ ਇਹ ਲਿਆ ਪਿਆ, ਮੰਗ ਕਰਦੇ ਹਾਂ ਕਿ ਇਹ ਕੈਦੀ ਛੱਡੇ ਜਾਣ ਸਾਡੇ। ਇਹ ਕੰਟਰਾਡਿਕਸ਼ਨ ਹੈਗੀ ਹੈ। ਪਹਿਲੀ ਗੱਲ ਤਾਂ ਸਾਨੂੰ ਖੁਦ ਹੀ ਰਿਜ਼ਾਲਵ ਕਰਨੀ ਚਾਹੀਦੀ ਹੈ ਵੀ ਸਾਡਾ ਆਪਣਾ ਸਟੈਂਡ ਕੀ ਹੈ ਸਟਰਗਲ ਬਾਰੇ। ਜੇ ਸਿਆਸੀ ਸਟਰਗਲ ਹੈਗੀ ਹੈ, ਫਿਰ ਇਹ ਨਾ ਕਹੋ ਕਿ ਸਿੱਖਾਂ ਨੇ ਦੇਸ਼ ਦੀ ਏਕਤਾ ਦੇ ਅਖੰਡਤਾ ਵਾਸਤੇ ਬੜੀ ਕੁਰਬਾਨੀ ਕੀਤੀ ਹੈ। ਤੇ ਇਹ ਅਸੀਂ ਇਹ ਵੀ ਕਹਿੰਦੇ ਨੇ ਵੀ ਪਾਕਿਸਤਾਨ ਸਪਾਂਸਰਡ ਸਟਰਗਲ ਸੀ ਇਹ। ਸਰ ਉਹਨਾਂ ਲੋਕਾਂ ਦੀ ਰਿਹਾਈ ਦੀ ਅਸੀਂ 25 ਲੱਖ ਸਿਗਨੇਚਰ ਵੀ ਕਰਾ ਲਏ SGPC ਨੇ। ਸੋ ਇਹ ਕੰਟਰਾਡਿਕਸ਼ਨ ਹੈ ਕਿ ਸਾਲ ਹੋਣੀ ਚਾਹੀਦੀ ਹੈ। ਨੰਬਰ 2 ਜੀ, ਇਹ ਜਿਹੜੀ ਸੜਕ ਰੋਕੀ ਹੈ, ਭਾਵੇਂ 8-10 ਸੜਕਾਂ ਮੁਹਾਲੀ ਤੇ ਚੰਡੀਗੜ੍ਹ ਤੋਂ ਕਨੈਕਟ ਕਰਦੀਆਂ। ਮੁਹਾਲੀ ਬੇਸਿਕਲੀ ਚੰਡੀਗੜ੍ਹ ਦੀ ਐਕਸਟੈਂਸ਼ਨ ਦੇ ਤੌਰ ਤੇ ਇਹ ਪਲਾਨ ਕੀਤਾ ਗਿਆ ਸੀ। ਸਾਰੀਆਂ ਸੜਕਾਂ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਚੱਲਦੀਆਂ, ਲੇਕਿਨ ਜਿਹੜੀ ਸੜਕ ਰੋਕੀ ਗਈ ਹੈ ਇੱਕ ਮੇਨ ਆਰਟਰੀ ਹੈ, ਮੇਜਰ ਟ੍ਰੈਫਿਕ ਤੇ ਚੱਲਦਾ। ਇਸ ਵੇਲੇ ਧਰਨੇ ਤੇ ਕੋਈ ਨਹੀਂ ਬੈਠਾ ਗਿਆ, 5-7 ਬੰਦੇ ਹੁੰਦੇ ਹੈ ਤੇ ਉੱਥੇ ਟੈਂਟ ਲੱਗੇ ਹੋਏ ਆ, ਸੜਕ ਰੋਕੀ ਹੋਈ। ਇਹ ਕਈ ਮਹੀਨਿਆਂ ਤੋਂ ਸਿਲਸਿਲਾ ਚੱਲ ਰਿਹਾ। ਸ਼ੁਰੂ ਦੇ ਵਿੱਚ ਲੱਗਿਆ ਸੀ ਇੱਕ ਸਟੇਜ ਤੇ ਆ ਕੇ ਕਿ ਲੋਕਾਂ ਦਾ ਪਬਲਿਕ ਦਾ ਰਿਸਪਾਂਸ ਹੈ, ਇਹ ਮਾਸ ਮੂਵਮੈਂਟ ਨਹੀਂ ਬਣ ਸਕੀ। ਕਿਸਾਨ ਸਟਰਗਲ ਦੇ ਇਸ਼ੂਜ਼ ਨੈਸ਼ਨਲ ਲੈਵਲ ਦੇ ਕੰਸਰਨ ਸੀਗੇ, ਉਹਦੇ ਨਾਲ ਨੈਸ਼ਨਲ ਲੈਵਲ ਦੀ ਸਿਆਸਤ ਬਦਲਦੀ ਸੀ। ਰਾਦਰ ਉਹਦਾ ਇੰਪੈਕਟ ਗਲੋਬਲ ਇਕੋਨਮੀ ਤੇ ਵੀ ਪੈਂਦਾ ਸੀ, ਜਿਹੜੇ ਉਹ ਲਾਸ ਬਣ ਰਹੇ ਸੀਗੇ। ਫੂਡ ਗ੍ਰੇਨ ਸਾਰੇ ਪ੍ਰੋਡਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਹ ਸਾਰੇ ਜਿਹੜੇ ਦੇਸ਼ ਦੀ ਸਿਆਸਤ ਹੈ ਉਹ 'ਤੇ ਅਸਰ ਪੈਂਦਾ ਉਹਦਾ। ਸੋ ਉਹ ਇਸ਼ੂ ਵੱਖਰਾ ਸੀ। ਨੈਸ਼ਨਲ ਲੈਵਲ ਤੇ ਇੱਕ ਮਾਸ ਮੂਵਮੈਂਟ ਬਣੀ ਸੀਗੀ। ਹੁਣ ਇਸ ਮਾਮਲੇ 'ਚ ਉਹ ਨਹੀਂ ਹੈ। ਪੰਜਾਬ ਦਾ ਉਸ ਤੋਂ ਬਾਅਦ ਇੱਕ ਟ੍ਰੈਂਡ ਹੋਰ ਚੱਲ ਪਿਆ, ਕਿਸਾਨ ਮੋਰਚਿਆਂ ਦੇ ਵਿੱਚ ਹੀ। ਮਤਲਬ ਇੱਕ ਦਿਨ ਕੋਈ ਕਿਸਾਨ ਯੂਨੀਅਨ ਕਿਤੇ ਰੇਲ ਟਰੈਕ ਰੋਕ ਲੈਂਦੀ ਹੈ, ਸੜਕ ਰੋਕ ਲੈਂਦੀ ਹੈ, ਹਫ਼ਤੇ ਬਾਅਦ ਕੋਈ ਦੂਸਰੀ ਰੋਕ ਲੈਂਦੀ ਹੈ। ਇੱਕ ਕੰਪੀਟੀਟਿਵ ਜਿਹੜੀ ਪੋਲੀਟਿਕਸ ਇਹਨਾਂ ਦੀ ਇਹ ਵੀ ਵਿੱਚ ਹੈਗੀ ਹੈ। ਇਹ ਵੀ ਮੋਰਚਿਆਂ ਵਾਲੀ ਜਿਹੜੀ ਗੱਲ ਹੈਗੀ ਹੈ, ਠੀਕ ਹੈ, ਇਸ਼ੂ ਜਾਇਜ਼ ਆ, ਤੁਸੀਂ ਫੋਕਸ ਕਰ ਲਿਆ। ਤੁਸੀਂ ਕਿਤੇ ਸਾਈਡ ਤੇ ਬਹਿ ਲਓ। ਤੁਸੀਂ ਲੋਕਾਂ ਨੂੰ ਇਨਕਨਵੀਨੀਅੰਸ ਕਿਉਂ ਕਰਦੇ ਹੋ? ਬੰਦੇ 10-11 ਹੈਗੇ ਜਿਨ੍ਹਾਂ ਦੀ ਰਿਹਾਈ ਦੀ ਗੱਲ ਕਰ ਰਹੇ, ਤੇ ਕੇਸ ਸਾਰੇ ਸਭ ਨੂੰ ਪਤਾ ਵੀ ਕਿਸ ਸਟੇਜ ਤੇ ਕੀ ਹੈ। ਜੇ ਤੁਸੀਂ ਪ੍ਰੈਸ਼ਰ ਬਣਾ ਹੀ ਨਹੀਂ ਸਕੇ ਉਹਨਾਂ ਦੀ ਰਿਹਾਈ ਦੀ, ਤੇ ਫਿਰ ਐਕਸੈਪਟ ਕਰ ਲਓ ਵੀ ਸਾਡੇ ਨਾਲ ਲੋਕ ਨਹੀਂ ਹੈ ਤੇ ਅਸੀਂ ਵਿਡਰਾ ਕਰਦੇ, ਇਸ਼ੂ ਫੋਕਸ ਹੋ ਚੁੱਕੇ।
ਜਦ ਇਸ਼ੂ ਫੋਕਸ ਕਰਦੀ ਹੁੰਦੀ ਹੈ ਤੇ ਮੇਰੇ ਖਿਆਲ ਹੁਣ ਇਹਨਾਂ ਨੂੰ ਮੋਰਚੇ ਵਾਲਿਆਂ ਨੂੰ ਰੀਥਿੰਕ ਕਰਨਾ ਚਾਹੀਦਾ। ਸਰਦਾਰ ਹਰਮੀਤ ਸਿੰਘ ਜੀ ਉਹਨਾਂ ਨੇ ਕੋਈ ਸੱਦਾ ਵੀ ਦਿੱਤਾ ਹੋਇਆ ਲੋਕਾਂ ਨੂੰ, ਇੱਕ ਅਪੀਲ ਵੀ ਕੀਤੀ ਹੋਈ ਆ, ਕੋਈ 15 ਅਗਸਤ ਦੀ ਡੇਟ ਦਿੱਤੀ ਹੋਈ ਆ, ਤੇ ਉਸ ਤੋਂ ਪਹਿਲਾਂ ਜਿਹੜਾ ਹਾਈ ਕੋਰਟ ਨੇ ਕਿਹਾ ਕਿ ਇਹਦੇ ਉੱਤੇ ਕੋਈ ਫੈਸਲਾ ਲਓ, ਨਹੀਂ ਤੇ ਸਾਨੂੰ ਲੈਣਾ ਪਏਗਾ। ਔਰ ਇਹ ਫੈਸਲੇ ਹੁਣੇ ਬਣਦੇ ਆ। ਪਹਿਲੀ ਗੱਲ ਬਹੁਤ ਸੰਖੇਪ ਚ ਰੱਖਿਓ, ਕਿਉਂਕਿ ਮੈਂ ਦੂਜਾ ਸਵਾਲ ਵੀ ਤੁਹਾਡੇ ਕੋਲ ਲੈ ਕੇ ਆਉਣਾ, ਆਪਣੇ ਕੋਲ ਸਮੇਂ ਦੀ ਥੋੜੀ ਜਿਹੀ ਕਿੱਲਤ ਹੈ। ਬਹੁਤ ਅਹਿਮ ਸਵਾਲ ਆ ਕਿ ਹਰਿਆਣੇ ਦੇ ਵਿੱਚ ਹਿੰਸਾ ਹੈ, ਉਹ ਹਿੰਸਾ ਦਿੱਲੀ ਵੱਲ ਵੱਧ ਰਹੀ ਆ। ਸੁਪਰੀਮ ਕੋਰਟ ਉਹਦੇ ਤੇ ਸੁਣਵਾਈ ਕਰ ਰਹੀ ਸੀਗੀ, ਉਹਨਾਂ ਨੇ ਕੁਝ ਫੈਸਲੇ ਵੀ ਦਿੱਤੇ ਆ, ਕੁਝ ਹਦਾਇਤਾਂ ਜਾਰੀ ਕੀਤੀਆਂ। ਸਰਕਾਰਾਂ ਜਦੋਂ ਕੰਮ ਪ੍ਰੋਪਰ ਨਾ ਕਰ ਰਹੀਆਂ ਹੋਣ, ਫਿਰ ਸੁਪਰੀਮ ਕੋਰਟ ਜਾਂ ਅਦਾਲਤਾਂ ਨੂੰ ਵਿੱਚ ਦਖਲ ਦੇਣਾ ਪੈਂਦਾ। ਇਹ ਸਾਰੇ ਮਾਮਲੇ ਵੀ ਬੜੇ ਸੈਂਸਿਟਿਵ ਨੇ, ਸੰਵੇਦਨਸ਼ੀਲ ਨੇ, ਸੰਜੀਦਾ ਨੇ। ਪਹਿਲਾਂ ਛੋਟੀ ਜੀ ਜਿਹੜੀ ਮੋਰਚੇ ਵਾਲੀ ਮਾਮਲੇ ਦੇ ਉੱਤੇ ਤੁਹਾਡੀ ਟਿੱਪਣੀ ਮੈਂ ਜ਼ਰੂਰ ਚਾਹੂੰਗਾ। ਮੋਰਚਾ ਤਾਂ ਇਹ ਹੈ ਕਿ ਇਹ ਮੰਗ ਤਾਂ ਅਕਾਲੀ ਦਲ ਨੇ ਵੀ ਸਾਰੀਆਂ ਪੰਥਕ ਜਥੇਬੰਦੀਆਂ ਕਰ ਰਹੀਆਂ ਨੇ ਕਿਸੇ ਨਾ ਕਿਸੇ ਰੂਪ 'ਚ। ਇਹਨਾਂ ਨੇ ਮੋਰਚਾ ਲਾ ਲਿਆ ਉਦੋਂ ਆ ਕੇ, ਉਦੋਂ ਇਹਨੂੰ ਰਿਸਪੌਂਸ ਵੀ ਮਿਲਿਆ। ਸਾਰੀਆਂ ਕਿਸਾਨ ਜਥੇਬੰਦੀਆਂ ਦੇ ਡੈਲੀਗੇਸ਼ਨ ਇੱਥੇ ਆਏ, ਕੋਈ 100 ਬੰਦਾ ਲੈ ਕੇ, ਕੋਈ 500 ਬੰਦਾ ਲੈ ਕੇ। ਔਰ ਦੂਜੀਆਂ ਪੰਥਕ ਧਿਰਾਂ ਦੇ ਲੀਡਰਸ਼ਿਪ ਵੀ ਆਈ, ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੱਕ ਇੱਥੇ ਆਏ ਜਦੋਂ ਇਹ ਮੋਰਚੇ ਦੀ ਚੜ੍ਹਾਈ ਇੱਕ ਲੈਵਲ ਤੇ ਹੋ ਗਈ ਸੀ। ਬੰਦੇ ਬੜੇ ਗਿਣਤੀ 'ਚ ਆਉਣੇ ਸ਼ੁਰੂ ਹੋ ਗਏ ਸੀ। ਉਹ ਹਾਲਾਤ ਬਦਲਦੇ ਨੇ, ਉਤੋਂ ਅਮਰਤਪਾਲ ਵਰਤਾਰਾ ਦੂਜੇ ਪਾਸੇ ਵਾਪਰ ਗਿਆ, ਇੱਧਰ ਉੱਧਰ ਹੋਇਆ, ਬਦਲੇ ਹਾਲਾਤਾਂ ਦੇ ਵਿੱਚ ਉਹਨੇ ਮੋਰਚਾ ਉਸ ਪੱਧਰ ਦੇ ਉੱਤੇ ਨਹੀਂ ਹੈ। ਪਰ ਦੂਸਰੀ ਗੱਲ ਇੱਕ ਗੱਲ ਹੈ ਸੜਕਾਂ ਰੋਕਣ ਤੇ ਰੇਲਾਂ ਰੋਕਣ ਦੀ। ਇਹ ਠੀਕ ਹੈ, ਇਹਨੂੰ ਪਰਮਾਨੈਂਟ ਟੂਲ ਨਹੀਂ ਬਣਾਇਆ ਜਾ ਸਕਦਾ ਔਰ ਇਹਦੇ ਨਾਲ ਇਨਕਨਵੀਨੀਅੰਸ ਵੀ ਹੁੰਦੀ ਹੈ ਲੋਕਾਂ ਨੂੰ ਬਾਕੀ ਦੀਆਂ ਗੱਲਾਂ। ਪਰ ਇਹਦੀ ਦੂਜੀ ਸਾਈਡ ਵੀ ਹੈ, ਜਿਹੜੀਆਂ ਸਰਕਾਰਾਂ, ਜਿਹੜੀਆਂ ਅਦਾਲਤਾਂ, ਜਿਹੜੇ ਸੱਜਣ ਇਹਨਾਂ ਮੂਵਮੈਂਟਾਂ 'ਚ ਜਾਣ ਤੋਂ ਬਿਨਾਂ ਸੌਖੇ ਨੇ, ਬੈਠੇ ਨੇ, ਇਨਕਨਵੀਨੀਅੰਸ ਹੁੰਦੀ ਹੈ, ਤਾਂ ਉਹ ਕਿਸੇ ਦਾ ਮੈਨੂੰ ਲੱਗਦਾ ਸ਼ੌਕ ਨਹੀਂ ਹੈ ਕਿ ਰੇਲਵੇ ਲਾਈਨ ਤੇ ਸੜਕਾਂ ਤੇ ਸਾਲਾਂ ਬੱਧੀ ਬੈਠ ਜਾਏਗਾ ਕੋਈ ਬੰਦਾ। ਕਿੰਨੀ ਕੁ ਕਪੈਸਿਟੀ ਹੁੰਦੀ ਹੈ? ਤੁਸੀਂ ਆਪਣੇ ਘਰ ਤੋਂ 2 ਦਿਨ ਜਾ ਕੇ ਬੈਠ ਕੇ ਦੇਖੋ, ਕਿਤੇ ਬਾਹਰ 3 ਦਿਨ ਜਾ ਕੇ ਸਾਈਡ ਤੇ ਬੈਠੇ ਦੀ। ਜੇ ਇਨਸੈਸਟਿਵ ਇੰਨਾ ਹੋ ਜੇ ਪ੍ਰਸ਼ਾਸਨ, ਸਰਕਾਰਾਂ ਉਹ ਸੁਣਵਾਈ ਨਾ ਕਰਨ ਬਿਲਕੁਲ, ਤਾਂ ਉਹਨਾਂ ਲਈ ਇੱਕ ਤਰੀਕਾ ਕਰ ਸਾਨੂੰ ਇਹ ਵੀ ਦੱਸਣਾ ਪਏਗਾ, ਭਾਈ ਐ ਸੁਣ ਲਿਆ ਕਰੂਗੀ ਸਰਕਾਰ, ਤੁਸੀਂ ਐਵੇਂ ਕਰਿਆ ਕਰੋ। ਉਹ ਤਰੀਕਾ ਵੀ ਤਾਂ ਕੋਈ ਲੱਭਣਾ ਪਊਗਾ ਨਾ, ਕਿਵੇਂ ਸੁਣੇ, ਸੁਣਾਉਣਾ ਕੀ ਚਾਹੁੰਦਾ ਬੰਦਾ ਤਾਂ ਇੱਕੋ ਦਿਨ ਡੈਲੀਗੇਸ਼ਨ ਆਉਣਾ ਚਾਹੁੰਦਾ, ਉਹ ਡੈਲੀਗੇਸ਼ਨ ਆ ਕੇ ਕਹਿੰਦਾ ਮੇਰੇ ਨਾਲ ਗੱਲ ਕਰ ਲਓ। ਤੇ ਜੇ ਚੀਫ ਮਿਨਿਸਟਰ ਨਾਲ ਮੀਟਿੰਗ ਸੜਕ ਰੋਕੇ ਬਿਨਾਂ ਮਿਲਦੀ ਹੋ ਨਹੀਂ, ਤਾਂ ਐਕਸ਼ਨ ਦਾ ਰਿਐਕਸ਼ਨ ਕਿਵੇਂ ਹੋਵੇਗਾ? ਜਾਂ ਫਿਰ ਉਹ ਵਿਚਾਰੇ ਚੁੱਪ ਕਰਕੇ ਤੁਰ ਜਾ ਕਰਨ, ਜਾਂ ਡਿਮੋਰਲਾਈਜ਼ ਹੋ ਕੇ ਘਰ ਬਹਿ ਜਾਣ, ਜਾਂ ਫਿਰ ਜੀਰੇ ਮੋਰਚੇ ਵਾਂਗ, ਕਿਸਾਨੀ ਦਿੱਲੀ ਦੇ ਮੋਰਚੇ ਵਾਂਗ ਬਾਹਰ ਹੀ ਰਹਿਣ, ਫਿਰ ਟੱਪਰੀ ਬੱਸਾਂ ਦੀ ਤਰ੍ਹਾਂ ਕਿਤੇ ਬਾਹਰ ਮੋਰਚਿਆਂ 'ਚ ਬੈਠੇ ਰਹਿਣ। ਇਹ ਸੱਭਿਅਕ ਸਮਾਜ ਹੈ ਜਾਂ ਕੁਝਾਂ ਨੂੰ ਖਾਨਾ ਬਦੋਸ਼ ਬਣਾ ਕੇ ਕੁਝ ਲੋਕਾਂ ਨੂੰ ਜਿਨ੍ਹਾਂ ਦੀ ਨਹੀਂ ਸੁਣਵਾਈ ਹੋ ਰਹੀ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਸੱਭਿਅਕ ਰਹੋ, ਲੋਕਾਂ ਦੇ ਮਾਮਲੇ 'ਚ ਦਖਲ ਨਾ ਦਿਓ ਤੇ ਬਾਹਰ ਬੈਠਿਆ ਕਰੋ, ਕਿਤੇ ਆਲੇ ਦੁਆਲੇ ਕਿਤੇ ਰੁਕਾਵਟ ਨਾ। ਜਦੋਂ ਤਕਲੀਫ 'ਚ ਹੁੰਦਾ ਸਰੀਰ ਦਾ ਕੋਈ ਇੱਕ ਅੰਗ, ਤਾਂ ਬਾਕੀ ਦਾ ਸਰੀਰ ਬਿਨਾਂ ਤਕਲੀਫ ਗੁਜ਼ਰ ਜੇ। ਇਹ ਮੋਟੀ ਜੀ ਨਾਰਮਲ ਥਿਉਰੀ ਆ, ਮੇਰੇ ਖਿਆਲ ਇਹ ਕੰਮ ਚੱਲਣਾ ਨਹੀਂ ਹੈ ਉਸ ਪੱਧਰ ਦੇ ਉੱਤੇ, ਕੇਵਲ ਨਸੀਹਤ ਦੇ ਤੌਰ ਤੇ। ਪਹਿਲਾਂ ਇਸ ਪਾਸਿਓਂ ਵੀ ਸੰਵੇਦਨਾ ਵਿਅਕਤ ਕਰੋ ਔਰ ਇਸ ਪਾਸਿਓਂ ਵੀ ਜਾਣ ਲੋਕ, ਚਾਹੇ ਇੰਟੈਲੈਕਚੁਅਲ ਤਬਕਾ ਉਹ ਕਿੰਨਾ ਬੋਲਦਾ ਉਸ ਮਾਮਲੇ ਤੇ, ਕਿੰਨਾ ਰੋਲ ਨਿਭਾਉਂਦਾ, ਪ੍ਰਸ਼ਾਸਨਿਕ ਅਧਿਕਾਰੀ ਕਿੰਨਾ ਜਾਣਦੇ ਨੇ, ਮੈਮੋਰੈਂਡਮ ਲੈਣ ਕੋਈ ਮੀਟਿੰਗ ਕਰਦੇ ਨੇ ਕਿ ਨਹੀਂ, ਪੋਲੀਟੀਕਲ ਸਟਰਕਚਰ ਦੇ ਵਿੱਚ ਸਾਡੇ ਲੀਡਰਸ਼ਿਪ ਕੀ ਕਰ ਰਹੀ ਹੈ। ਜੇ ਉਹਦੇ ਕੋਲ ਏਦਾਂ ਬੇਲ ਨਹੀਂ ਹੈ ਕਿ ਉਹਨਾਂ ਦੇ ਉੱਥੇ ਹੀ ਨੇੜੇ ਵਗ ਜਾਓ ਮੈਮੋਰੈਂਡਮ ਲੈਣ ਲਈ, ਮੈਮੋਰੈਂਡਮ ਹੀ ਤਾਂ ਦੇਣਾ ਚਾਹੁੰਦਾ ਬੰਦਾ, ਉਹ ਕਹਿੰਦੇ ਸਾਨੂੰ ਮੀਟਿੰਗ ਦੇ ਦਿਓ, ਗੱਲ ਤਾਂ ਸੁਣ ਲਓ, ਤੁਸੀਂ ਮੀਟਿੰਗ ਦੇਣ ਲਈ ਤਿਆਰ ਨਹੀਂ ਹੋ, ਤਾਂ ਕੀ ਕਰੇ ਕੋਈ ਬੰਦਾ? ਇਹਦੇ ਦੋਨੋਂ ਪਹਿਲੂ ਨੇ, ਇਸ ਕਰਕੇ ਇਹਨੂੰ ਇੱਕ ਸਾਈਡ ਤੇ ਅਸੀਂ ਕਈ ਵਾਰ ਬਲੇਮ ਦਾ ਵਿਕਟਮ ਹੋ ਜਾਂਦਾ, ਪੀੜਤ ਨੂੰ ਇੰਨਾ ਕੁੱਟਦੇ ਆ ਬੈਠਾ ਕੇ ਵੀ ਤੇਰਾ ਤੂੰ ਨੁਕਸਦਾਰ ਸਾਰਾ ਕੁਝ ਇਹ ਕਰ ਰਿਹਾ। ਉਹਦੇ ਬਾਵਜੂਦ ਮੈਂ ਇਹ ਕਹਿ ਰਿਹਾ ਕਿ ਠੀਕ ਗੱਲ ਹੈ ਕਿ ਹਰ ਵਾਰ ਹਰ ਮੁੱਦੇ ਤੇ ਨਹੀਂ, ਨਾ ਸੜਕ ਰੋਕੋ, ਨਾ ਰੇਲ ਰੋਕੋ, ਨਾ ਪਰਮਾਨੈਂਟ ਬਹਿ ਜਾਓ। ਕੁਝ ਕਰੂਸ਼ਲ ਮੁੱਦੇ ਹੁੰਦੇ ਨੇ ਜਿਹਨੂੰ ਆਰ ਪਾਰ ਦੀ ਲੜਾਈ ਤੁਹਾਨੂੰ ਲੜਨੀ ਪੈਂਦੀ ਹੈ, ਉਹਦੇ ਤੇ ਇਹ ਵੀ ਕਰਨਾ ਪਏਗਾ। ਔਰ ਜਿਹੜੀਆਂ ਗੱਲਾਂ ਨਾਰਮਲ ਤਰੀਕੇ ਦੀਆਂ ਹੋ ਸਕਦੀਆਂ ਨੇ, ਕਿਤੇ ਰੈਲੀ ਕਰਕੇ, ਕਿਤੇ ਕਾਨਫਰੰਸਾਂ ਕਰਕੇ, ਉਹ ਉਸ ਤਰੀਕੇ ਨਾਲ ਕਰਨੀਆਂ ਚਾਹੀਦੀਆਂ ਨੇ, ਤਰੀਕੇ ਬਦਲਣ ਦੀ ਲੋੜ ਪੈਂਦੀ ਜੀ। ਸਰਦਾਰ ਜਗਤਾਰ ਸਿੰਘ ਜੀ, ਜਿਹੜੀ ਅੱਜ ਸੁਣਵਾਈ ਹਰਿਆਣੇ ਦੀ ਹਿੰਸਾ ਤੇ ਹੋਈ ਆ, ਉਹ ਹਿੰਸਾ ਦਾ ਫਿਕਰ ਇਸ ਗੱਲ 'ਚ ਸੀ ਕਿ ਯੂਪੀ ਵੱਲ, ਦਿੱਲੀ ਦੇ ਵਿੱਚ ਇਹ ਵਿਸਥਾਰ ਨਾ ਲੈ ਜੇ। ਮੈਨੂੰ ਉਹ ਥੋੜੀ ਜੀ ਜਿਹੜੀ ਘਟਨਾ ਦਾ ਇਹ ਅਦਾਲਤੀ ਵੇਰਵਾ ਉਹ ਜ਼ਰੂਰ ਤੁਸੀਂ ਦਿਓ, ਕਿਉਂਕਿ ਤੁਸੀਂ ਨੀਂਹ ਜਲਾ ਕੇ ਉਹਨੂੰ ਤੱਕ ਰਹੇ ਸੀਗੇ। ਫਿਰ ਅਸੀਂ ਇਹਦੇ ਵਿਸਥਾਰ ਦੇ ਵਿੱਚ ਅੱਗੇ ਜਾਂਦੇ ਹਾਂ। ਸੁਪਰੀਮ ਕੋਰਟ ਦੇ ਵਿੱਚ ਮਸਲਾ ਆਇਆ ਸੀਗਾ ਜੋ 2 ਦਿਨ ਤੋਂ ਹੋਇਆ, ਗੁਰੂਗ੍ਰਾਮ ਜਾਂ ਗੁੜਗਾਉਂ ਕਹਿ ਲਓ ਦਾ ਏਰੀਆ ਨੂੰ ਦੇ ਵਿੱਚ, ਮੇਵਾਤ ਦਾ ਏਰੀਆ, ਮੁਸਲਿਮ ਕੰਸਲਟੇਸ਼ਨ ਉੱਥੇ, ਤੇ ਉੱਥੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਪਣਾ ਪ੍ਰੋਸੈਸ਼ਨ ਕੱਢਿਆ ਸੀਗਾ, ਜਿਹੜੇ ਜਿੱਥੇ ਉਸ ਤੋਂ ਬਾਅਦ ਵਾਇਰਸ ਹੁੰਦੀ ਹੈ। 6 ਬੰਦੇ ਮਰੇ ਆ, ਜਿਹਦੇ ਵਿੱਚ 2 ਪੁਲਿਸ ਵਾਲੇ ਆ ਤੇ 4 ਹੋਰ ਲੋਕ ਹੈਗੇ। ਤੇ ਉਹ ਇੰਟਰਸਟਿੰਗਲੀ ਇੱਕ ਐਸਾ ਲੀਡਰ ਜਿਹੜਾ ਵਾਂਟਡ ਹੈ, ਗਊ ਰਕਸ਼ਕ ਮੋਨੂ ਮਨੇਸਰ,
ਜਿਹੜਾ ਬਜਰੰਗ ਦਲ ਦਾ ਵੀ ਲੀਡਰ ਹੈ ਸ਼ਾਇਦ, ਵਿਸ਼ਵ ਹਿੰਦੂ ਪਰਿਸ਼ਦ ਦਾ ਵੀ ਸ਼ਾਇਦ, ਉਹ ਵੀਡੀਓ ਆਪਣੇ ਇਸ਼ੂ ਕਰ ਰਿਹਾ ਕਿ ਮੈਂ ਵੀ ਇਹ ਪ੍ਰੋਸੈਸ਼ਨ ਦਾ ਪਾਰਟ ਹੋਊਗਾ। ਹੁਣ ਜਿਹੜਾ ਬੰਦਾ ਵਾਂਟਡ ਹੋਵੇ, ਪੁਲਿਸ ਨੂੰ ਲੱਭਦਾ ਨਹੀਂ, ਉਹ ਕਹਿ ਰਿਹਾ ਮੈਂ ਪ੍ਰੋਸੈਸ਼ਨ ਚਾਹੂੰਗਾ, ਤੇ ਉਹ ਜਦੋਂ ਪ੍ਰੋਸੈਸ਼ਨ ਐਂਟਰ ਕਰਦਾ ਸ਼ਹਿਰ ਦੇ ਵਿੱਚ, ਉੱਥੇ ਵਾਇਲੈਂਸ ਹੋ ਜਾਂਦੀ ਜੀ। ਇਹ ਸਰਕਾਰ ਇਨਵੈਸਟੀਗੇਟ ਕਰੇ ਕੌਣ ਜ਼ਿੰਮੇਦਾਰ ਹੈ, ਇਨ ਟੋਟੈਲਿਟੀ ਕੀ ਹੋਇਆ, ਕਿਹਨੇ ਪ੍ਰੋਵੋਕ ਕੀਤਾ, ਕਿਉਂ ਵਾਇਲੈਂਸ ਹੁੰਦੀ ਹੈ। ਇੱਕ ਵੀਡੀਓ ਮੈਂ ਜ਼ਰੂਰ ਦੇਖੀ ਹੈ, ਇੱਕ ਪੁਲਿਸ ਸਟੇਸ਼ਨ ਦੇ ਸਾਹਮਣੇ ਤੁਹਾਡੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਬਹੁਤ ਪ੍ਰੋਵੋਕੇਟਿਵ ਸਲੋਗਨ ਲਾ ਰਹੇ, ਸਪੀਚ ਹੈਗੀ ਇੱਕ ਲੀਡਰ ਦੀ ਉਹਨਾਂ ਦੀ, ਬਹੁਤ ਉਹ ਵੀਡੀਓ ਸਰਕੂਲੇਟ ਹੋ ਰਹੀ ਹੈ। ਪੰਜਾਬ ਵਿੱਚ ਜੇ ਸਿੱਖ ਮੁੰਡੇ ਕਿਸੇ ਛੋਟੇ ਜਿਹੇ ਮਾਮਲੇ ਤੇ ਪ੍ਰੋਸੈਸ਼ਨ ਵਿੱਚ ਤਲਵਾਰਾਂ ਲਹਿਰਾ ਦੇਣ ਤੇ ਟੀਵੀ ਵਾਲੇ ਕਈ ਦਿਨ ਦਿਖਾਈ ਜਾਂਦੇ, ਫਿਰ ਕਹਿੰਦੇ ਵੀ ਖਾਲਿਸਤਾਨ ਬਣ ਗਿਆ। ਸੁਪਰੀਮ ਕੋਰਟ ਨੇ ਅੱਜ ਹਦਾਇਤ ਕੀਤੀ ਹੈ ਕਿ ਇੰਟਰਸਟਿੰਗ ਹੈ, ਉਹਨਾਂ ਨੇ ਬੈਨ ਨਹੀਂ ਕੀਤੀ ਯਾਤਰਾ ਕੋਈ ਵੀ। ਉਹ ਕਹਿੰਦੇ ਵੀ ਤੁਸੀਂ ਇਹ ਕੰਟਰੋਲ ਰੱਖੋ ਕਿ ਇਹ ਨਾ ਤਾਂ ਕੋਈ ਹੇਟ ਸਪੀਚ ਹੋਵੇ ਤੇ ਨਾ ਇਹ ਵੈਪਨ ਲੈ ਕੇ ਚੱਲਣ। ਹੇਟ ਸਪੀਚ ਤਾਂ ਪਹਿਲਾਂ ਵੀ ਕੋਰਟ ਕਿੰਨੀ ਵਾਰੀ ਕਹਿ ਚੁੱਕੀ ਹੈ, ਹੇਟ ਸਪੀਚ ਦੀ ਐਕਸ਼ਨ ਲਓ। ਹੁਣ ਤੱਕ ਤਾਂ ਕੁਝ ਹੋਇਆ ਨਹੀਂ ਕਿ ਇਹ ਮੈਂ ਡੈਮੋਕ੍ਰੇਸੀ ਦੇ ਵਿੱਚ ਬਿਲਕੁਲ ਕਿਸੇ ਵੀ ਗੱਲ ਤੇ ਬੈਨ ਕਰਨ ਦੇ ਖਿਲਾਫ ਹੈ ਪਰਸਨਲੀ, ਲੇਕਿਨ ਐਟ ਵਾਟ ਕਾਸਟ। ਇਹ ਇਸ਼ੂ ਸਿਰਫ ਇੱਕ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਪ੍ਰੋਸੈਸ਼ਨ ਕੱਢਣ ਦਾ ਨਹੀਂ ਹੈ। ਇਹ ਕਿਹਾ ਜਾ ਰਿਹਾ ਵੀ ਇਹ ਪਿਛਲੇ 3 ਸਾਲ ਪਹਿਲਾਂ ਵੀ ਇਹਨਾਂ ਨੇ ਤੋਂ ਲਗਾਤਾਰ ਕੱਢਦੇ ਆ ਰਹੇ ਹੈ। ਇਸ ਮੌਕੇ ਤੇ ਕਿਉਂ, ਮੌਕਾ ਕੀ ਸੀ, ਕਿਹਦੇ ਵਾਸਤੇ ਕੱਢਿਆ ਗਿਆ, ਤੇ ਇਹ ਪ੍ਰੋਵੋਕੇਸ਼ਨ ਕਿਉਂ ਹੈ, ਸਾਰੀ ਗੱਲ ਤੇ ਆ ਕੇ ਪੰਜਾਬ ਵਿੱਚ ਛੋਟਾ ਜਿਹਾ ਰੌਲਾ ਪੈਂਦਾ। ਤੁਸੀਂ ਖਾਲਿਸਤਾਨ ਤਾਂ ਸਿੱਧੀ ਗੱਲ ਲੈ ਜਾਂਦੇ, ਮੈਂ ਨਾਲ ਹੀ ਇਹਦੇ ਜੋੜਦਾ ਮਨੀਪੁਰ। ਹਰ ਪੁਲਿਸ ਸਟੇਸ਼ਨ ਤੋਂ ਉੱਥੇ ਵੈਪਨ ਲੁੱਟਿਆ ਗਿਆ। 3 ਮਹੀਨੇ ਤੋਂ ਉੱਥੇ ਵਰਚੁਅਲੀ ਅੱਗ ਲੱਗੀ, ਜਿਨ੍ਹਾਂ ਦੀਆਂ ਨੰਗੀਆਂ ਕਰਕੇ ਤੋੜੀਆਂ ਗਈਆਂ। ਕੀ ਮੀਡੀਆ ਦੇ ਵਿੱਚ ਉਹ ਫੋਕਸ ਹੈ ਜੋ ਪੰਜਾਬ ਦਾ ਹੋਇਆ ਕਰਦਾ? ਮੈਂ ਮਤਲਬ ਅਮਰਤਪਾਲ ਨੇ ਜਦੋਂ ਅਜਨਾਲੇ ਪੁਲਿਸ ਸਟੇਸ਼ਨ ਤੇ ਕਬਜ਼ਾ ਕੀਤਾ ਜਾਂ ਉੱਥੇ ਆਪਦਾ ਬੰਦੇ ਲੈ ਕੇ ਗਿਆ, ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ ਉਸ ਵੇਲੇ, ਉਸ ਤਰ੍ਹਾਂ ਦੀ ਸਾਰਾ ਬਚਾਅ ਹੋਇਆ ਸੀਗਾ। ਲੇਕਿਨ ਨੈਸ਼ਨਲ ਲੈਵਲ ਤੇ ਖਾਲਿਸਤਾਨ ਤੋਂ ਥੱਲੇ ਗੱਲ ਰੁਕੀ ਨਹੀਂ ਔਰ ਲਗਾਤਾਰ ਫੋਕਸ ਕੀਤੇ ਗਏ ਕਈ ਦਿਨ। ਅਲਟੀਮੇਟਲੀ ਉਹਨਾਂ ਬੰਦਿਆਂ ਨੂੰ ਫੜ ਕੇ 9 ਬੰਦਿਆਂ ਨੂੰ NSA ਲਾ ਕੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਇੰਨੀ ਗੱਲ ਤੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਮਨੋ ਮਨੇਸਰ ਇੰਨੇ ਦਿਨਾਂ ਤੋਂ ਲਾਪਤਾ ਹੈ, ਸਰਕਾਰ ਫੜ ਕਿਉਂ ਨਹੀਂ ਰਹੀ? ਕਿ ਜਦੋਂ ਸਰਕਾਰ ਉਹਨੂੰ ਫੜੇਗੀ ਉੱਥੇ NSA ਲਾ ਕੇ ਕਿਸੇ ਸਾਊਥ ਦੀ ਜੇਲ੍ਹ 'ਚ ਭੇਜ ਦਿੱਤਾ ਜਾਏਗਾ, ਜਿਵੇਂ ਅਮਰਤਪਾਲ ਨੂੰ ਭੇਜਿਆ ਗਿਆ ਡਿਬਰੂਗੜ੍ਹ ਤੇ ਉਹਦੇ ਸਾਥੀਆਂ ਨੂੰ ਭੇਜਿਆ ਗਿਆ? ਜਾਂ ਮਨੀਪੁਰ ਦੇ ਵਿੱਚ ਹੁਣ ਤੱਕ ਕਿੰਨੀਆਂ ਅਰੈਸਟਾਂ ਅੰਡਰ NSA ਹੋਈਆਂ? ਉੱਥੇ ਤਾਂ ਬਹੁਤ ਸੀਰੀਅਸ ਕ੍ਰਾਈਮ ਹੋ ਚੁੱਕੇ ਹੈ, ਚੱਲ ਰਹੇ ਹੈ ਜੀ। ਕਿ ਪੰਜਾਬ ਵਾਸਤੇ ਕਾਨੂੰਨ ਅਲੱਗ ਹੈ ਤੇ ਬਾਕੀ ਦੇਸ਼ ਦੇ ਹਿੱਸਿਆਂ ਵਾਸਤੇ ਕਾਨੂੰਨ ਅਲੱਗ ਹੈ? ਗੱਲ ਸਿਰਫ ਸੁਪਰੀਮ ਕੋਰਟ ਦੀ ਅਜੇ ਡਾਇਰੈਕਸ਼ਨ ਤੇ ਨਹੀਂ ਹੈ, ਬਰਾਡਰ ਇਸ਼ੂਜ਼ ਇਨਵੋਲਵ ਹੈਗੇ ਹੈ। ਸਭ ਨੂੰ ਪਤਾ ਹੈ ਕਿ ਮਨੀਪੁਰ ਤੋਂ ਮੇਵਾਤ ਇਹਦੇ ਪਿੱਛੇ ਸਿਆਸਤ ਕੀ ਹੈ। ਗੱਲ ਸਿਰਫ ਬਜਰੰਗ ਦਲ ਦੇ ਜਾਂ ਮਨੀਪੁਰ ਜਿਹੜੀ ਵਾਇਰਸ ਹੋਈ ਉਹਦੀ ਨਹੀਂ ਹੈ, ਇਹਦੇ ਪਿੱਛੇ ਜਿਹੜਾ ਡਿਜ਼ਾਈਨ ਹੈ ਉਹ ਸੀਰੀਅਸ ਹੈ ਜੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਿਉਂ ਚੁੱਪ ਹੈ? ਕਿਉਂ ਲੋਕ ਸਭਾ ਜਵਾਬ ਨਹੀਂ ਦੇ ਰਹੇ ਪਾਰਲੀਮੈਂਟ ਦੇ ਵਿੱਚ? ਬਰਾਡਰ ਇਸ਼ੂ ਹੈ, ਲੇਕਿਨ ਸੁਪਰੀਮ ਕੋਰਟ ਨੇ ਸਿਰਫ ਕਨਫਾਈਨ ਕੀਤਾ ਹੈ ਇੱਕ ਪ੍ਰੋਸੈਸ਼ਨ ਤੱਕ। ਮੇਰੇ ਖਿਆਲ ਇਹ ਟੋਟੈਲਿਟੀ ਗੱਲ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਔਰ ਅੱਜ ਮਨੋਹਰ ਲਾਲ ਖੱਟੜ ਹਰਿਆਣੇ ਦੇ ਮੁੱਖ ਮੰਤਰੀ ਇਹ ਕਹਿ ਰਹੇ ਸੀਗੇ ਕਿ ਰਾਜਸਥਾਨ ਸਰਕਾਰ, ਰਾਜਸਥਾਨ ਪੁਲਿਸ ਉਸ ਮਨੋ ਮਨੇਸਰ ਨੂੰ ਫੜੇ, ਉਹ ਆਜ਼ਾਦ ਆ ਫੜਨ ਲਈ। ਔਰ ਇਹ ਠੀਕ ਗੱਲ ਤੁਹਾਡੀ ਕਿ ਇਨ ਟੋਟੈਲਿਟੀ ਸੁਪਰੀਮ ਕੋਰਟ ਨੂੰ ਇਹਦਾ ਨੋਟਿਸ ਲੈਣਾ ਬਣਦਾ। ਉਹਨੇ ਨੋਟਿਸ ਜਾਰੀ ਕੀਤਾ ਅੱਜ 3 ਸਟੇਟਾਂ ਨੂੰ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਡੈਮੋਨਸਟ੍ਰੇਸ਼ਨ ਜਿਹੜੇ ਉਹਦੇ CCTV ਦੇ ਅਧੀਨ ਹੋਣ, ਹੇਟ ਸਪੀਚ ਤੇ ਨਜ਼ਰ ਰੱਖੀ ਜਾਵੇ ਔਰ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋਵੇ। ਉੱਥੇ ਹੋਰ ਫੋਰਸਿਸ ਦੀ ਜਿੰਨੀ ਲੋੜ ਆ ਉਹ ਭੇਜੀਆਂ ਜਾਣ, ਔਰ ਇਸੇ ਦਰਮਿਆਨ ਦੇ ਵਿੱਚ ਫੋਰਸਿਸ ਹੋਰ ਭੇਜੇ ਜਾਣ ਦੀ ਗੱਲ ਵੀ ਹੋ ਰਹੀ ਹੈ। ਸਰਦਾਰ ਹਰਮੀਤ ਸਿੰਘ ਜੀ, ਇਸ ਵਰਤਾਰੇ ਨੇ ਦੇਸ਼ ਨੂੰ ਕਈ ਵਾਰੀ ਸ਼ਰਮਸਾਰ ਕੀਤਾ ਹੈ ਦੁਨੀਆ ਦੀ ਨਜ਼ਰ ਦੇ ਵਿੱਚ। ਇਹਨੇ ਵੋਟਾਂ ਵੀ ਲੋਕਾਂ ਨੂੰ ਦਵਾਈਆਂ ਨੇ, ਔਰ ਅਸੀਂ 84 ਦੇ ਵਰਤਾਰੇ ਨੂੰ ਦੇਖਦੇ ਹਾਂ। ਉਸ ਤੋਂ ਬਾਅਦ ਇੱਕ ਵੱਡੀ ਮੈਜੋਰਟੀ ਕਾਂਗਰਸ ਨੂੰ ਮਿਲਦੀ ਹੈ, ਤੇ ਜਦੋਂ ਅਸੀਂ ਹੋਰ ਵੀ ਵੱਖ-ਵੱਖ ਮੌਕਿਆਂ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਐਕਸ਼ਨ ਹੁੰਦੇ ਆ ਤੇ ਉਸ ਤੋਂ ਬਾਅਦ ਪੋਲਰਾਈਜੇਸ਼ਨ ਹੁੰਦੀ ਹੈ। ਇਹ ਤਾਂ ਸਿਆਸਤ ਦਾ ਸੌਖਾ ਜਿਹਾ ਸਮਝਿਆ ਜਾਣ ਵਾਲਾ ਪੱਖ ਹੈ, ਪਰ ਇਸ ਤੋਂ ਵੀ ਕੋਈ ਹੋਰ ਪੱਖ ਵੀ ਹੈ ਕਿ ਸਾਈਕੀ, ਮਾਨਸਿਕਤਾ ਇੰਨੀ ਸਾਡੀ ਹਮਾਨੀਅਤ ਵਾਲੀ ਹੋ ਜਾਂਦੀ ਆ। ਹਰਿਆਣੇ ਦੇ ਵਿੱਚ ਵੈਸੇ ਮੈਂ ਦੇਖਿਆ ਪਿਛਲੇ ਕਾਫੀ ਅਰਸੇ ਤੋਂ ਕੋਈ ਵੀ ਅੰਦੋਲਨ ਸ਼ਾਂਤਮਈ ਨਹੀਂ ਰਹਿੰਦਾ। ਕੋਈ ਜਾਟ ਅੰਦੋਲਨ ਦੇਖਿਆ, ਉਹਦੇ ਵਿੱਚ ਔਰਤਾਂ ਨਾਲ ਬਲਾਤਕਾਰ ਤੋਂ ਲੈ ਕੇ ਵੱਖ-ਵੱਖ ਮੌਕਿਆਂ ਦੇ ਉੱਤੇ ਜਦੋਂ ਵੀ ਕੋਈ
ਉਹ ਡੈਮੋਨਸਟ੍ਰੇਸ਼ਨ ਕੋਈ ਪ੍ਰਦਰਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਉੱਥੇ ਅਗਜਨੀ ਹੁੰਦੀ ਆ, ਕਤਲ ਹੋ ਜਾਂਦੇ ਆ, ਰੌਲੇ ਬੜੇ ਵੱਧ ਜਾਂਦੇ ਆ। ਇਹ ਅਨਰੈਸਟ ਆ, ਇਹ ਬੇਚੈਨੀ ਆ, ਇਹ ਕੀ ਹੈ ਸਾਰਾ ਕੁਝ, ਔਰ ਇਹਦੀਆਂ ਜੜ੍ਹਾਂ ਕਿੱਥੇ ਪਈਆਂ ਨੇ, ਇਹਨੂੰ ਕਿਵੇਂ ਤੁਸੀਂ ਸਮਝ ਰਹੇ ਹੋ? ਅਸਲ ਦੇ ਵਿੱਚ ਤਾਂ ਮਾਮਲਾ ਬੜਾ ਕਲੀਅਰ ਹੈ, ਕਿਉਂਕਿ ਇੱਕ ਪੋਲੀਟੀਕਲ ਅਪਰੋਚ ਜਿਹੜੀ ਹੁੰਦੀ ਹੈ ਉਹ ਸਭ ਤੋਂ ਬੜਾ, ਜਦੋਂ ਸਟੇਟ ਨਾਲ ਖੜਦੀ ਹੈ ਉਦੋਂ ਸਭ ਤੋਂ ਜ਼ਿਆਦਾ ਕੰਮ ਗੜਬੜ ਹੁੰਦਾ ਹੈ। ਕਈ ਵਾਰ ਕਮਿਊਨਿਟੀਜ਼ ਦੇ ਵਿੱਚ ਵੀ ਟਸਲ ਹੁੰਦੀ ਹੈ, ਹੋਰ ਬੰਦੇ ਬੜੇ ਬਖਰੇਵੇਂ ਵੀ ਹੁੰਦੇ ਨੇ, ਉਹ ਓਡਾ ਵੱਡਾ ਲਾਸ ਨਹੀਂ ਕਰਦੇ ਜਦੋਂ ਉਸ ਨੂੰ ਸਟੇਟ ਦੀ ਸਪੋਰਟ ਨਾ ਹੋਵੇ ਤੇ ਸਟੇਟ ਵੀ ਅੱਗੇ ਆਈਡੀਓਲੋਜੀਕਲ ਪੁੱਠ ਚਾੜ ਕੇ ਸਪੋਰਟ ਦੇਵੇ ਉਸ ਕੰਮ ਨੂੰ। ਜਿਵੇਂ ਹੁਣ 84 ਸੀ, ਦਿੱਲੀ ਦੇ ਵਿੱਚ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੋਇਆ, ਸਾਰੀਆਂ ਫੌਜਾਂ, ਸਾਰੀ ਸੱਤਾ ਉੱਥੇ ਸੀ, ਪਰ ਕਿਉਂ ਨਹੀਂ ਕਿਸੇ ਨੂੰ ਸਜ਼ਾ ਮਿਲਦੀ, ਕਿਉਂ ਬੰਦੇ ਫੜੇ ਨਹੀਂ ਗਏ ਸੀ, ਕਿਉਂ ਇੰਨਾ ਲੰਬਾ ਸਮੇਂ ਦੇ ਵਿੱਚ ਨਿਸ਼ਾਨਦੇਹੀ ਨਹੀਂ ਹੋਈ? ਕਿਉਂਕਿ ਸਟੇਟ ਦੀ ਕ੍ਰਾਈਮਸ ਸੀ, ਲਗਾਤਾਰ ਸ਼ਮੂਲੀਅਤ ਸੀ। ਇਹੀ ਹਾਦਸਾ ਗੁਜਰਾਤ ਤੋਂ ਬਾਅਦ ਆਉਂਦਾ ਹੈ, ਆ ਦਿੱਲੀ ਸ਼ਹੀਨ ਬਾਗ ਤੋਂ ਬਾਅਦ ਜਿੰਨੇ ਰੌਲੇ ਚੱਲੇ, ਜਿੰਨੇ ਬਿਆਨ ਆਏ, ਵੱਡੇ ਵੱਡੇ ਲੀਡਰਾਂ ਦੀ ਬਿਆਨਬਾਜ਼ੀ ਅੱਜ ਚੱਕ ਕੇ ਦੇਖ ਲਓ, ਗੋਲੀ ਮਾਰੋ ਸਾਲੋ ਕੋ ਤੱਕ ਦੀਆਂ ਬਿਆਨ ਨੇ, ਕਰੰਟ ਸ਼ਹੀਨ ਬਾਗ ਜਾਣਾ ਚਾਹੀਦਾ ਵੋਟ ਨਾਲ, ਇਹਦੇ ਬਿਆਨ ਨੇ। ਜਿਹੜੇ ਬੰਦੇ ਉਹ ਸਾਰੇ, ਚਾਹੇ ਇੱਕ ਤੇ ਵੀ ਮੁਕੱਦਮਾ ਚੱਲਿਆ, ਸਾਰੇ ਬਾਹਰ ਨੇ ਔਰ ਸਾਰਿਆਂ ਦੀ ਵਾਹਵਾ ਹੋ ਰਹੀ ਹੈ। ਤੇ ਮੁਕੱਦਮੇ ਕਿਹਨਾਂ ਤੇ ਚੱਲੇ, ਉਹ ਵੀ ਸਾਰਾ ਕਿਹਦੇ ਤੇ ਪਿਆ? ਸੈਂਕੜੇ ਬੰਦੇ ਨੇ, ਜਾਂ ਜਿਨ੍ਹਾਂ ਨੇ ਉਹਦੇ ਹੱਕ 'ਚ ਬੋਲਿਆ, ਜਿਨ੍ਹਾਂ ਨੇ ਰਿਪੋਰਟਾਂ ਕੀਤੀਆਂ, ਚਾਹੇ ਉਹ ਪੱਤਰਕਾਰ ਹੋਣ, ਚਾਹੇ ਉਹ ਇੰਟੈਲੈਕਚੁਅਲ ਤਬਕਾ ਹੋਵੇ, ਜਾਂ ਉਹਨਾਂ ਤੇ ਉਹ ਮੁਕੱਦਮੇ ਪਏ ਨੇ, ਜਾਂ ਫਿਰ ਇੱਕ ਮਿਨੋਰਿਟੀ ਕਮਿਊਨਿਟੀ ਤੇ ਪਏ ਨੇ। ਔਰ ਦੇਸ਼ ਦੀ ਹਾਲਾਤ ਇਹ ਹੈ ਕਿ ਇੱਕ ਵੱਡੀ ਮਿਨੋਰਿਟੀ ਜਿਹਦੀ 20 ਕਰੋੜ ਦੀ ਪਾਪੂਲੇਸ਼ਨ ਹੈ, ਉਹ ਅੱਜ ਡਰ ਤੇ ਸਹਿਮ ਦੇ ਦਾਇਰੇ ਦੇ ਵਿੱਚ ਹੈ, ਕੋਈ ਲੀਡਰਸ਼ਿਪ ਨਹੀਂ ਬੋਲ ਰਹੀ ਕਿਤੇ ਦਿਖਾਈ। ਤਾਂ ਉਹ ਪਹਿਲ ਕਰ ਜੇ ਕਿਸੇ ਜਗ੍ਹਾ ਜਾ ਕੇ, ਇਹ ਕਿਵੇਂ ਹੋ ਸਕਦਾ? ਜਿਹੜੀ ਡਰੀ ਤੇ ਸਹਿਮੀ ਮਿਨੋਰਿਟੀ ਹੁੰਦੀ ਹੈ ਉਹ ਪਹਿਲ ਕਿਵੇਂ ਕਰੇਗੀ? ਜਾਂ ਤਾਂ ਉਹ ਪਹਿਲਾਂ ਤੋਂ ਹੀ ਦਬੰਗ ਹੋਵੇ ਵੀ ਆਪਾਂ ਤਾਂ ਉਵੇਂ ਹੀ ਲੜਦੇ ਆਏ ਦੇਖਾਂਗੇ। ਅਜੇ ਸਿੱਖਾਂ 'ਚ ਜ਼ਰੂਰਤ ਹੋਰ ਟਾਈਪ ਦੀ ਆ, ਉਹ ਇਹ ਵਿਕਟਮ ਫੀਲ ਨਹੀਂ ਕਰਦੇ, ਇਹ ਜੋ ਵੀ ਕੋਈ ਕਰਦਾ ਉਹ ਕਹਿੰਦਾ ਕੋਈ ਨਹੀਂ ਦੇਖਾਂਗੇ, ਅਲੱਗ ਟਾਈਪ ਦੀ ਫੀਲਿੰਗ ਆਉਂਦੀ ਹੈ ਇੱਕ ਉਸ ਲੈਵਲ ਦੇ ਉੱਤੇ। ਇਸੇ ਤਰ੍ਹਾਂ ਇੱਕ ਚੰਗੀ ਗੱਲ ਇਹ ਹੋਈ ਹੈ ਕਿ ਆਹ ਜਿਹੜਾ ਨੂੰਹ ਵਾਲਾ ਮਾਮਲਾ ਹੈ, ਰਾਓ ਇੰਦਰਜੀਤ ਸਿੰਘ ਜਿਹੜੇ ਗੜਗਾਉਂ ਤੋਂ MP ਨੇ ਤੇ ਜੂਨੀਅਰ ਗਵਰਨਮੈਂਟ ਦੇ ਵਿੱਚ ਮਿਨਿਸਟਰ ਨੇ 9 ਸਾਲ ਤੋਂ, ਆਜ਼ਾਦ ਪੋਰਟਫੋਲੀਓ ਹੈ ਉਹਨਾਂ ਕੋਲ, ਚਾਹੇ ਮਿਨਿਸਟਰ ਆਫ ਸਟੇਟ ਨੇ, ਉਹਨੇ ਬਿਆਨ ਦਿੱਤਾ ਕਲੀਅਰ ਕੱਟ। ਉਹ ਕਹਿੰਦਾ ਵੀ ਜਿਹੜੀ ਇਹ ਯਾਤਰਾ ਚੱਲੀ, ਇਹਨਾਂ ਦੇ ਹੱਥ 'ਚ ਹਥਿਆਰ ਕਿਹਨੇ ਦਿੱਤੇ, ਕਿਹਨੇ ਪਰਮਿਸ਼ਨ ਦਿੱਤੀ ਕਿ ਉਹ ਹਥਿਆਰ ਲੈ ਕੇ ਚੱਲਣਗੇ? ਤੇ ਇਹਦਾ ਆਪਣੀ ਸਰਕਾਰ ਹੈ ਉਹਦੀ, ਹਰਿਆਣੇ 'ਚ ਵੀ ਤੇ ਦਿੱਲੀ ਦੇ ਵਿੱਚ, ਪਰ ਇਸ ਚੀਜ਼ ਦਾ ਐਨਾਲਿਸਿਸ ਹੋਣਾ ਚਾਹੀਦਾ। ਦੂਜੀ ਗੱਲ ਜੁਨੈਦ ਤੇ ਜਿਹੜਾ ਬਾਕੀ ਬੰਦਿਆਂ ਦੇ ਕਤਲ, ਮੁਹੰਮਦ ਦੇ ਖਲਾਕ ਦੇ ਕਤਲ ਜਿਹੜੇ ਹੋਏ, ਸੋ ਕਾਲਡ ਗਊ ਰੱਖਿਆ ਵੱਲੋਂ, ਗਊ ਭਗਤਾਂ ਵੱਲੋਂ, ਕਹਿੰਦਾ ਉਹ ਇਹਦੇ ਪਿੱਛੇ ਹੈ, ਇਹ ਜੁੜੀਆਂ ਹੋਈਆਂ ਗੱਲਾਂ ਨੇ। ਇਹ ਰਾਓ ਇੰਦਰਜੀਤ ਸਿੰਘ ਕਹਿ ਰਿਹਾ ਜਿਹੜਾ BJP ਦੇ ਉੱਤੇ ਬੈਠਾ, ਉਹਦੀ ਵੀ ਸੁਣਵਾਈ ਨਹੀਂ, ਤਾਂ ਮਤਲਬ ਮਿਨਿਸਟਰ ਹੈ ਯੂਨੀਅਨ ਸੈਟਅਪ ਦੇ ਵਿੱਚ ਜਾ ਕੇ ਕਿਸੇ ਵੀ ਰੂਪ ਦੇ ਵਿੱਚ, ਔਰ ਖੱਟੜ ਸਰਕਾਰ ਨੂੰ ਉਹਦੀ ਤਸਦੀਕ ਕਰਾ ਲੈਣੀ ਚਾਹੀਦੀ ਹੈ। MP ਵੀ ਹੈ ਉਹ ਉੱਥੇ ਦੇ ਲੋਕਾਂ ਦੇ ਨੁਮਾਇੰਦਾ। ਫਿਰ ਜਿਹੜੀ ਮੈਜੋਰਿਟੀ ਇੱਕ ਰਿਲੀਜਨ ਹੈ, ਮਤਲਬ ਇੱਕ ਰਿਲੀਜਨ ਦੇ ਮੈਜੋਰਿਟੀ ਇੱਕ ਮੁਹੱਲਾ ਹੈ, ਤੁਸੀਂ ਉਹ ਯਾਤਰਾ ਉੱਥੇ ਦੀ ਕਿਉਂ ਕੱਢਣੀ ਹੁੰਦੀ ਹੈ? ਹਰ ਵਾਰ ਸਰਕਾਰ ਪੁਲਿਸ ਇਹ ਕਰਦੀ ਹੁੰਦੀ ਹੈ ਨਾਰਮਲੀ ਵੀ ਜਿੱਥੇ ਕਿਤੇ ਖਤਰੇ ਵਾਲੀ ਗੱਲ ਹੈ ਉਹਦਾ ਰੂਟ ਤਬਦੀਲ ਕਰਵਾ ਦਿੰਦੀ ਹੈ, ਵੀ ਨਹੀਂ ਇੱਥੇ ਦੀ ਬਜਾਏ ਤੂੰ ਕੱਢਣੀ ਹੋ, ਆਪਾਂ ਇੱਧਰ ਦੀ ਚੱਲਦੇ ਆ ਜਾਂ ਇੱਧਰ ਦੀ ਚੱਲਦੇ ਆ। ਤੇ ਉਹ ਇਜਾਜ਼ਤ ਕੌਣ ਦਿੰਦਾ ਹੈ? ਹਰਿਦੁਆਰ ਦੀ ਸਭਾ ਦੇ ਵਿੱਚ ਬੋਲੇ ਹੇਟ ਸਪੀਚ ਤੋਂ ਸੁਪਰੀਮ ਕੋਰਟ ਨੇ ਜ਼ੋਰ ਲਾ ਲਿਆ, ਇੱਕ ਬੰਦਾ ਅੰਦਰ ਚਲਾ ਗਿਆ, ਥੋੜੇ ਦਿਨ ਬਾਅਦ ਬਾਹਰ ਆਉਂਦਾ, ਉਹ ਕਹਿੰਦਾ ਮੈਂ ਤਾਂ ਇਹ ਬੋਲੂਗਾ, ਫੇਰ ਬੋਲ ਰਿਹਾ, ਫਿਰ ਤੀਜੀ ਵਾਰ ਬੋਲ ਰਿਹਾ, ਤੇ ਕਿੱਥੇ ਗਿਆ ਮਾਮਲਾ? ਐਗਜ਼ੀਕਿਊਸ਼ਨ ਕਿਹਨੇ ਕਰਨੀ ਹੈ? ਐਗਜ਼ੀਕਿਊਸ਼ਨ ਤੋਂ ਬਿਨਾ ਕੀ ਹੋਏਗਾ? ਕੌਣ ਕੀ ਕਰ ਦੇਗਾ ਕੇਵਲ ਉਹਨੇ ਗੱਲ ਦੇ ਨਾਲ? ਇਸ ਕਰਕੇ ਇਹ ਇੱਕ ਪੂਰਾ ਇੱਕ ਸਿਸਟਮ ਹੈ, ਜਿਹੜੇ ਸਿਸਟਮ ਦੇ ਵਿੱਚ ਕੇਵਲ ਵੋਟ ਹੀ ਦਿਖਣ ਲੱਗ ਜੇ, ਨੇਸ਼ਨ ਨਾ ਦਿਖੇ, ਜਾਂ ਸੋ ਕਾਲਡ ਰਾਸ਼ਟਰਵਾਦ ਬਣਤਾ ਗਏ, ਪਰ ਰਾਸ਼ਟਰ ਸਾਰੇ ਲੋਕਾਂ ਨਾਲ ਬਣਦਾ ਨਾ, ਸਾਰੇ ਲੋਕਾਂ ਦੀ ਉਹ ਸਾਰੇ ਮਾਮਲੇ ਨਾਲ। ਇਸੇ ਢੰਗ ਦੇ ਨਾਲ ਅੱਜ ਇੱਕ ਬੜਾ ਡੈਲੀਗੇਸ਼ਨ ਜਿਹੜਾ ਇੰਡੀਆ ਅਲਾਇੰਸ ਬਣਿਆ ਉਹਦੇ ਨਾਲ ਜੁੜਿਆ ਹੋਇਆ ਰਾਸ਼ਟਰਪਤੀ ਕੋਲ ਗਿਆ। ਰਾਸ਼ਟਰਪਤੀ ਨੂੰ ਇਹ ਦੋਨੇ ਗੱਲਾਂ ਦੀ ਗੱਲ ਉਹਨਾਂ ਨੇ ਕੀਤੀ ਹੈ, ਨੂੰਹ ਵਾਲਾ ਮਾਮਲਾ ਵੀ, ਗੜਗਾਉਂ ਵਾਲਾ, ਤੇ ਉਹ ਉੱਥੇ ਵਾਲਾ ਜਿਹੜਾ ਮਨੀਪੁਰ ਵਾਲਾ, ਕਿਉਂਕਿ 21 ਮੈਂਬਰੀ ਡੈਲੀਗੇਸ਼ਨ ਮਨੀਪੁਰ 'ਚ ਜਾ ਕੇ ਆਇਆ। ਤੇ ਉਹ ਜਿਹੜੇ ਤੱਥ ਜਿਵੇਂ ਦੱਸਦੇ ਨੇ, ਜਿਸ ਢੰਗ ਦੇ ਤੱਥ ਦੱਸਦੇ ਨੇ ਵੀ ਜਿੰਨੇ ਬੰਦੇ ਮਰੇ, ਜਿਸ ਢੰਗ ਦਾ ਉੱਥੇ ਮਾਹੌਲ ਹੈ, ਜਿਸ ਢੰਗ ਦੇ ਨਾਲ ਬੰਦੇ ਉਜੜ ਗਏ, 60,000 ਉੱਥੋਂ ਪਤਾ ਨਹੀਂ ਕਿੱਥੇ ਵਿਚਾਰੇ ਜਾ ਕੇ ਉਜੜੇ ਨੇ, ਤੇ 6500 FIR ਦਰਜ ਕੀਤੀ ਹੈ। 6500 FIR 'ਚ ਤਾਂ ਅਰੈਸਟ ਮਾਮੂਲੀ ਹੈ, ਕਿਸੇ ਦੇ ਖਿਲਾਫ ਕੋਈ ਕਾਰਵਾਈ ਹੋਣੀ ਹੈ। ਤਾਂ ਉਹ ਸੁਪਰੀਮ ਕੋਰਟ ਨੇ ਵੀ ਜੋ ਕਿਹਾ ਕਿ ਟੋਟਲ ਲਾ ਐਂਡ ਆਰਡਰ ਫੇਲਰ ਹੈ, ਟੋਟਲ। ਸੁਪਰੀਮ ਕੋਰਟ ਇਦੋਂ ਵੱਡਾ ਕੀ ਕਹਿੰਦੇ, ਇਦੋਂ ਵੱਡੀ ਰਿਪੋਰਟ ਹੀ ਨਹੀਂ ਹੋ ਸਕਦੀ ਕੋਈ। ਜੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਚੀਫ ਜਸਟਿਸ ਦੀ ਅਗਵਾਈ ਵਾਲਾ ਬੈਂਚ ਲਗਾਤਾਰ, ਤਾਂ ਚੀਫ ਮਿਨਿਸਟਰ ਕਿਉਂ ਹੈ ਉੱਥੇ? ਹਜੇ ਵੀ ਉਹ ਸਰਕਾਰ ਵਰਕੇ ਕਿਵੇਂ ਹੈ ਜਿੱਤੇ ਇਹ ਐਲੀਗੇਸ਼ਨ ਲਾ ਦੇ, ਇਸ ਦੇਸ਼ ਦੀ ਸਭ ਤੋਂ ਬੜੀ ਅਦਾਲਤ
ਕਿ ਇਹ ਫਲॉप ਹੈ, ਲਾ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਖਤਮ ਹੈ, ਕੁਝ ਨਹੀਂ ਪਿਛਲੇ 92 ਦਿਨਾਂ ਤੋਂ ਹੋ ਰਿਹਾ ਉੱਤੇ, ਫਿਰ ਵੀ ਕੋਈ ਮਤਲਬ ਆਂਚ ਨਾ ਆਵੇ ਕਿਸੇ ਬੰਦੇ ਦੇ ਉੱਤੇ, ਤਾਂ ਇਹਨੂੰ ਕੀ ਕਿਹਾ ਜਾਏਗਾ? ਇਹਨੂੰ ਰਲੀ ਮਿਲੀ ਭੁਗਤ ਤੋਂ ਬਿਨਾਂ ਕੋਈ ਗੱਲ ਨਹੀਂ ਕਹੀ ਜਾਏਗੀ। ਇਸ ਲਈ ਮਾਮਲਾ ਕੇਵਲ ਹੁਣ ਲੋਕਾਂ ਦੀ ਕੌਨਸ਼ੀਅਸਨੈਸ ਤੇ ਨਿਰਭਰ ਹੈ, ਉਹਦੀ ਜ਼ਮੀਰ ਤੇ, ਉਹਦੀ ਚੇਤਨਾ ਤੇ ਨਿਰਭਰ ਹੈ ਕਿ ਮਾਸਜ ਦੀ ਆਵਾਜ਼ ਤੋਂ ਬਿਨਾਂ ਸ਼ਾਇਦ ਜਿਸ ਲੈਵਲ ਦੀ ਪੋਲੀਟੀਕਲ ਅਪੈਥੀ ਹੋ ਗਈ ਹੈ, ਮਾਈਂਡਸੈਟ ਦੇ ਵਿੱਚ ਜਿਸ ਢੰਗ ਦੀ ਸੰਵੇਦਨਹੀਣਤਾ ਹੋ ਗਈ ਹੈ, ਜਿਸ ਢੰਗ ਨਾਲ ਹਰ ਹੀਲੇ ਸੱਤਾ ਤੇ ਕਾਬਜ ਰਹਿਣ ਦੀ ਇੱਕ ਲਲਕ ਹੋ ਗਈ ਹੈ, ਇਹ ਵੱਡੇ ਅੰਦੋਲਨਾਂ ਤੋਂ ਬਿਨਾਂ, ਵੱਡੀ ਮਾਸ ਸਾਈਕੀ ਤੋਂ ਬਿਨਾਂ, ਮਾਸਜ ਦੀ ਅਵੇਅਰਨੈਸ ਤੋਂ ਬਿਨਾਂ ਮੇਰਾ ਨਹੀਂ ਖਿਆਲ ਇਹਦਾ ਕੋਈ ਤੋੜ ਹੈ ਜਾਂ ਇਹਦਾ ਕੋਈ ਕਾਟ ਹੈ। ਨਾ ਅਦਾਲਤ ਇਹਦਾ ਕਾਟ ਅੱਜ ਰਹੀ, ਅਦਾਲਤ ਤਾਂ ਫੈਸਲਾ ਦੇ ਸਕਦੀ ਹੈ, ਜੇ ਜੂਨੀਅਰ ਗਵਰਨਮੈਂਟ ਇੰਪਲੀਮੈਂਟ ਨਹੀਂ ਕਰਦੀ ਉਹਨੂੰ ਤਾਂ ਕੀ ਕਰੂ? ਅੱਜ ਵਾਈਸ ਪ੍ਰੈਜ਼ੀਡੈਂਟ ਦਾ ਐਲਾਨ ਹੈ, ਮਤਲਬ ਵਾਈਸ ਪ੍ਰੈਜ਼ੀਡੈਂਟ ਕਹਿ ਰਿਹਾ, ਜਿਹੜਾ ਚੇਅਰਮੈਨ ਹੈ ਰਾਜ ਸਭਾ ਦਾ ਵੀ, ਕਿ ਮੈਂ ਪੀਐਮ ਨੂੰ ਮਜਬੂਰ ਨਹੀਂ ਕਰ ਸਕਦਾ ਇੱਥੇ ਆ ਕੇ ਬਿਆਨ ਦੇਣ ਦੇ ਵਿੱਚ, ਕੋਈ ਵੀ ਨਹੀਂ ਕਰ ਸਕਦਾ, ਉਹਨਾਂ ਦੀ ਮਰਜ਼ੀ ਹੈ। ਕੋਈ ਬੰਦਾ ਇੰਨਾ ਇੰਡੀਪੈਂਡੈਂਟ ਹੋ ਜਾਂਦਾ ਕਿ ਲੋਕ ਸਭਾ ਦੇ ਚੁਣੇ ਨੁਮਾਇੰਦੇ, ਰਾਜ ਸਭਾ ਦੇ ਨੁਮਾਇੰਦੇ, ਲੋਕ ਸਭਾ ਜਿਹਦੀ ਜਿਹੜੀ ਮੈਜੋਰਿਟੀ ਦੇ ਕਰਕੇ ਸੀ ਪ੍ਰਾਈਮ ਮਿਨਿਸਟਰ ਚੁਣਿਆ ਜਾਂਦਾ ਹੈ, ਤੇ ਉਹ ਮੈਜੋਰਿਟੀ ਲੈਜਿਸਲੇਚਰ ਹੈ, ਜਿਹੜੀ ਸਭ ਤੋਂ ਬੜੀ ਕਾਨੂੰਨ ਘੜਨੀ ਸਭਾ ਹੈ, ਉਹਦਾ ਸਪੀਕਰ ਵੀ ਤੇ ਉਹਦੇ ਰਾਜ ਸਭਾ ਦਾ ਜਿਹੜਾ ਵੱਡਾ ਸਦਨ ਹੈ ਤੇ ਉਹਦਾ ਚੇਅਰਮੈਨ ਵੀ ਲਾਚਾਰ ਹੋ ਜਾਂਦੇ ਹੋਣਗੇ ਕਿ ਉਹ ਇਹ ਨਹੀਂ ਕਹਿੰਦੇ। ਮੈਂ ਦੇਖੇ ਨੇ ਸਪੀਕਰ ਲੋਕਾਂ ਨੂੰ ਕਹਿੰਦੇ ਕਿ ਕੱਲ ਭਾਈ ਪ੍ਰਾਈਮ ਮਿਨਿਸਟਰ ਜਾਂ ਪਰਸੋਂ ਜਾਂ ਜਦੋਂ ਵੀ ਮਰਜ਼ੀ ਬਿਆਨ ਦਿਓ, ਸਰਕਾਰ ਇਹ ਬਿਆਨ ਦੇਣਾ ਚਾਹੀਦਾ, ਰਾਸ਼ਟਰੀ ਮਹੱਤਵ ਦੇ ਮੁੱਦੇ ਨੇ, ਆ ਕੇ ਬਿਆਨ ਦੇਵੇ, ਸਰਕਾਰ ਦੀ ਜ਼ਿੰਮੇਵਾਰੀ ਹੈ, ਕਿਉਂਕਿ ਹਾਊਸ ਚੱਲ ਰਿਹਾ ਹੈ। ਤਾਂ ਫਿਰ ਕਿਹੜੇ ਪਾਸੇ ਲੋਕਾਂ ਦਾ ਧਿਆਨ ਜਾਊਗਾ? ਕਿੱਥੋਂ ਦੇਖਣ ਲੋਕ ਕਿਹੜੀ ਗੱਲ ਤੋਂ? ਫਿਰ ਅਸੀਂ ਕਹਿੰਦੇ ਲੋਕ ਕਾਨੂੰਨ ਹੱਥ 'ਚ ਲੈ ਰਹੇ ਨੇ, ਫਲਾਣੇ ਬੰਦੇ ਇੱਧਰ ਜਾ ਰਹੇ ਨੇ, ਫਲਾਣੇ ਬੰਦੇ ਇੱਧਰ ਜਾ ਰਹੇ ਨੇ, ਜਾਂ ਤਾਂ ਕੋਈ ਚਾਰਾ ਦੱਸਦੇ ਮੇਨ ਧਿਰ, ਤੁਹਾਡੇ ਕੋਲ ਤਾਂ ਸਾਰੀਆਂ ਫੋਰਸਾਂ ਨੇ, ਸਭ ਕੁਝ ਹੈ, ਨਾ ਸੁਣਨ ਦੀ ਤੁਹਾਡੇ ਕੋਲ ਇੱਕ ਤਾਕਤ ਵੀ ਹੈ ਵੀ ਅਸੀਂ ਵੀ ਸੁਣਨਾ, ਜੋ ਮਰਜ਼ੀ ਕਰ ਲਓ, ਪ੍ਰਾਈਮ ਮਿਨਿਸਟਰ ਨਹੀਂ ਬੋਲਦਾ ਤਾਂ ਨਹੀਂ ਬੋਲਦਾ, ਤਾਂ ਕੀ ਕੀਤਾ ਜਾਏ? ਇਹਦੇ ਚੋਂ ਕੀ ਮੈਸੇਜ ਕੱਢਿਆ ਜਾਏਗਾ ਫਿਊਚਰ 'ਚ? ਘੰਟਿਆਂ ਤੱਕ ਇਹਨਾਂ ਮਾਮਲਿਆਂ ਦੇ ਉੱਤੇ ਕਹਿਣ ਲਈ ਹੈ ਤੁਹਾਡੇ ਕੋਲੇ, ਸਰਦਾਰ ਜਗਤਾਰ ਸਿੰਘ ਹੋਰਾਂ ਕੋਲੇ ਹੈ, ਪਰ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਰਿਹਾ, ਪਾਰਲੀਮੈਂਟ ਬਾਰ-ਬਾਰ ਸਥਗਿਤ ਹੋ ਰਹੀ ਆ, ਕੰਮ ਨਹੀਂ ਹੋ ਰਿਹਾ, ਫਿਰ ਵੀ ਕੋਈ ਨਹੀਂ ਸੁਣ ਰਿਹਾ, ਤੇ ਇਹ ਹੋਰ ਬੋਲਣ ਦਾ ਚਾਰਾ ਵੀ ਕੋਈ ਨਹੀਂ ਹੁੰਦਾ। ਧਾਰਾ 370 ਦੇ ਉੱਤੇ ਬਹਿਸ ਜਾਰੀ ਹੈ, ਔਰ ਕਪਿਲ ਸਿੱਬਲ ਸਾਹਿਬ ਨੇ ਬਹਿਸ ਕੀਤੀ ਹੈ, ਇਹ ਬਹਿਸ ਨਿਰੰਤਰ ਜਾਰੀ ਰਹੇਗੀ, ਔਰ ਸ਼ਾਇਦ ਕੱਲ ਜੋ ਕਰਨ ਕਪਿਲ ਸਿੱਬਲ ਸਾਹਿਬ ਆਪਣੀ ਬਾਕੀ ਗੱਲ ਨੂੰ ਅਗਲੇ ਕਈ ਦਿਨਾਂ ਤੱਕ ਇਹਦੀ ਸੰਭਾਵਨਾ ਹੈ ਕਿ ਇਸ ਮਾਮਲੇ ਤੇ ਬਹਿਸ ਹੋਵੇ, ਅਗਲੀਆਂ ਕਈ ਸੁਣਵਾਈਆਂ ਹੋਣਗੀਆਂ। ਇਹਦੇ ਉੱਤੇ ਵੀ ਇੱਕ ਨਿਰਣਾਇਕ ਫੈਸਲਾ ਕਾਫੀ ਅਹਿਮ ਰਹਿਣ ਵਾਲਾ ਹੈ, ਉਹ ਕਦੋਂ ਆਉਂਦਾ ਉਹਦੇ ਤੇ ਸਾਰਿਆਂ ਦੀ ਨਜ਼ਰ ਹੈ, ਦੇਸ਼ ਦੀ ਰਾਜਨੀਤੀ ਨੂੰ ਵੀ ਉਹ ਪ੍ਰਭਾਸ਼ਿਤ ਕਰੇਗਾ, ਪ੍ਰਭਾਵਿਤ ਕਰੇਗਾ। ਬਾਕੀ ਅਸੀਂ ਕੱਲ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਇਹਨਾਂ ਮਾਮਲਿਆਂ ਤੇ ਫਿਰ ਸਾਂਝ ਪਾਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।